ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਬਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ, ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਰੇ ਹਜ਼ਾਰੋਂ ਬੰਧਨ ਮਗ ਮਹਿ, ਖਰੇ ਹੋਏ ਪਿਕ ਹਿਤ ਸਨਮਾਨ। ਧੰਨ ਧੰਨ ਗੁਰ ਸੋ ਜਸ ਉਚਾਰੇ, ਸੁਨਤ ਚਲਤ ਜਸ ਕੋ ਨਿਜ ਕਾਨ। ਕਰੇ ਹਜ਼ਾਰੋਂ ਬੰਧਨ ਮਗ ਮਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਹੋ ਰਹੀ ਹੈ। ਸੰਧਿਆ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਮਾਈ ਪਾਈ ਹਾਜ਼ਰੀਆਂ ਭਰ ਰਹੇ ਹੋ। ਤੁਰਕੀ ਗੁਰਬਾਣੀ ਦਾ ਸ਼ਬਦ ਕੀਰਤਨ, ਸੋਦਾ ਰਹਿਰਾਸ ਸਾਹਿਬ ਜੀ ਦੇ ਜਾਪ, ਗੁਰੂ ਚਰਨਾਂ ਅੰਦਰ ਅਰਦਾਸ ਬੇਨਤੀ, ਪਾਵਨ ਸ਼੍ਰੀ ਮੁਖਵਾਕ ਆਪ ਵਡਭਾਗੀ ਗੁਰਸਿੱਖ ਮਾਈ ਭਾਈ ਨੇ ਸੰਗਤ ਰੂਪ ਦੇ ਅੰਦਰ ਸੋਨਾ ਕੀਤਾ ਹੈ। ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦੀ ਕਥਾ ਆਰੰਭ ਹੈ। ਕੱਲ੍ਹ ਦੇ ਦੀਵਾਨ ਅੰਦਰ ਆਪ ਸੰਗਤਾਂ ਨੇ ਇਤਿਹਾਸ ਨੂੰ ਸੁਣਿਆ ਹੈ। ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ 'ਤੇ ਜੀਵਾਂ ਦਾ ਭਲਾ ਕਰ ਰਹੇ ਹਨ। ਚੰਦੂ ਨੇ ਅਹਿਲਕਾਰਾਂ ਨੂੰ ਕੁਝ ਮਾਇਆ ਦਿੱਤੀ। ਈਰਖਾ ਦੇ ਵਿੱਚ ਸੜਿਆ ਹੋਇਆ ਬਾਦਸ਼ਾਹ ਜਹਾਂਗੀਰ ਦੇ ਸਨਮੁਖ ਫਰਿਆਦਾਂ ਕਰਦਾ ਹੈ ਕਿ ਹਿੰਦੂਆਂ ਦਾ ਪੀਰ ਲਾਹੌਰ ਦੀ ਧਰਤੀ 'ਤੇ ਆਇਆ ਹੈ। ਬੜੇ ਉਹਦੇ ਮੁਰੀਦ ਹਨ, ਬੜੇ ਚੇਲੇ ਹਨ। 2 ਲੱਖ ਦੇਣਾ ਉਹਨੂੰ ਕੋਈ ਔਖਾ ਨਹੀਂ। ਉਹਨੂੰ ਕੋਈ ਵੱਡੀ ਸਜ਼ਾ ਦਿਓ। ਅਹਿਲਕਾਰਾਂ ਨੇ ਹਾਮੀ ਭਰੀ। ਬਾਦਸ਼ਾਹ ਚੰਦੂ ਬੜਾ ਫਿਕਰਮੰਦ ਹੈ, ਇਹ ਦੇਸ਼ ਦਾ ਭਲਾ ਚਾਹੁੰਦਾ ਹੈ। ਜਹਾਂਗੀਰ ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਹੁਕਮ ਕੀਤਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਅਦਬ ਤੇ ਸਤਿਕਾਰ ਦੇ ਸਾਹਿਤ
ਸਾਡੇ ਕੋਲ ਲੈ ਕੇ ਆਓ। ਵਜ਼ੀਰ ਖਾਨ ਜਾਂਦਾ ਹੈ, ਚਰਨਾਂ 'ਤੇ ਮੱਥਾ ਟੇਕਦਾ ਹੈ। ਸਾਧ ਸੰਗਤ ਜੀ, ਇੱਕ ਸਮਾਂ ਸੀ, ਇਹ ਮਹਾਰਾਜ ਸਾਹਿਬ ਜੀ ਦੇ ਕੋਲ ਆਉਂਦਾ ਹੈ, ਸੱਚੇ ਪਾਤਸ਼ਾਹ ਮੈਨੂੰ ਜਲੋਧਰ ਦਾ ਰੋਗ ਹੈ। ਸੁਖਮਨੀ ਸਾਹਿਬ ਦੀ ਬਾਣੀ ਸੁਣਦਾ ਹੈ, ਇਹਦਾ ਦੁੱਖ ਦੂਰ ਹੁੰਦਾ ਹੈ। ਇਹ ਮਹਾਰਾਜ ਜੀ ਦਾ ਮੁਰੀਦ ਹੈ, ਸੇਵਕ ਹੈ। ਸੱਚੇ ਪਾਤਸ਼ਾਹ, ਚੰਦੂ ਪਾਪੀ ਤੁਹਾਡੀ ਬਹੁਤ ਨਿੰਦਿਆ ਕਰਦਾ ਹੈ, ਬਾਦਸ਼ਾਹ ਦੇ ਪਾਸ ਚੁਗਲੀਆਂ ਕਰਦਾ ਹੈ। ਮਹਾਰਾਜ ਆਪ ਜੀ ਨੂੰ ਬਾਦਸ਼ਾਹ ਨੇ ਸੱਦਿਆ ਹੈ। ਹੁਣ ਸੱਚੇ ਪਾਤਸ਼ਾਹ ਚਾਲੇ ਪਾਉਂਦੇ ਹਨ। ਲਾਹੌਰ ਦੀ ਧਰਤੀ ਤੇ ਜਹਾਂਗੀਰ ਬਾਦਸ਼ਾਹ ਹੈ, ਲਾਹੌਰ ਦੀ ਧਰਤੀ ਤੇ ਮਹਾਰਾਜ ਹਨ। ਹੁਣ ਕਿਵੇਂ ਜਾ ਕਰਕੇ ਬਾਦਸ਼ਾਹ ਨੂੰ ਮਿਲਦੇ ਨੇ, ਇਤਿਹਾਸ ਦੀ ਕਥਾ ਨੂੰ ਸੁਣੀਏ, ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਸਤਿਗੁਰਾਂ ਦੇ ਚਰਨਾਂ ਅੰਦਰ ਜੋੜੀਏ, ਪਿਆਰ ਅਦਬ ਦੇ ਸਹਿਤ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਰਹਿ ਹਜ਼ਾਰੋਂ ਬੰਧਨ ਮਗ ਮਹਿ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆ ਰਹੇ ਨੇ। ਵਜ਼ੀਰ ਖਾਨ ਨਾਲ ਹੈ। ਹਜ਼ਾਰਾਂ ਦੀ ਗਿਣਤੀ ਅੰਦਰ ਗੁਰਸਿੱਖ ਮਾਈ ਭਾਈ ਨਮਸਕਾਰਾਂ ਕਰਦੇ ਹਨ। ਖਰੇ ਹੋਏ ਪਿਖ ਹਿਤ ਸਨਮਾਨ। ਬਹੁਤ ਖੜੇ ਹੋ ਕੇ, ਬਹੁਤ ਅਦਬ ਤੇ ਸਤਿਕਾਰ ਨਾਲ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਸਤਿਕਾਰ ਕਰ ਰਹੇ ਹਨ। ਧੰਨ ਧੰਨ ਗੁਰ ਸੋ ਜਾਸੇ ਉਚਾਰਹਿ। ਗੁਰੂ ਕੀਆਂ ਸਿੱਖ ਸੰਗਤਾਂ ਕਹਿੰਦੀਆਂ ਨੇ, ਮਹਾਰਾਜ ਆਪ ਜੀ ਧੰਨ ਹੋ, ਧੰਨ ਹੋ, ਇਸ ਤਰ੍ਹਾਂ ਵਡਿਆਈਆਂ ਉਚਾਰਦੇ ਹਨ। ਸੁਨਤ ਚਾਲਤ ਜਸ ਕੋ ਨਿਜ ਕਾਨ। ਸਾਧ ਸੰਗਤ ਜੀ, ਜਿਹੜਾ ਵੀ ਗੁਰਸਿੱਖ ਮਾਈ ਭਾਈ ਆਪਣੇ ਕੰਨਾਂ ਦੇ ਵਿੱਚ ਮਹਾਰਾਜ ਜੀ ਦੀ ਵਡਿਆਈ ਨੂੰ ਸੁਣਦਾ ਹੈ, ਬਹੁਤ ਚੌਗੁਣਾ ਚਾਅ ਚੜ੍ਹ ਜਾਂਦਾ ਹੈ। ਸ਼ੁੱਧ ਵਜ਼ੀਰ ਖਾਂ ਕਰੀ ਅਗਾਰੀ। ਇੰਨੇ ਸਮੇਂ ਨੂੰ ਬਾਦਸ਼ਾਹ ਦੇ ਗੁੱਸ ਜਾਲ ਜਗਜਾ ਕਰਕੇ ਵਜ਼ੀਰ ਖਾਨ ਨੇ ਫਰਿਆਦ ਕੀਤੀ ਹੈ, ਬੇਨਤੀ ਕੀਤੀ ਹੈ। ਪਹੁੰਚੇ ਆਏ ਗੁਰੂ ਭਗਵਾਨ। ਦੀਨ ਦੁਨੀਆ ਦੇ ਵਾਲੀ ਗੁਰੂ ਨਾਨਕ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਹੁੰਚ ਗਏ ਹਨ। ਉਚਾਸਨ ਕਹਿ ਕੋ ਡਸਵਾਇਓ। ਸਾਧ ਸੰਗਤ ਜੀ, ਜਹਾਂਗੀਰ ਬਾਦਸ਼ਾਹ ਨੇ ਗੁਰੂ ਨਾਨਕ ਦੀ ਗੱਦੀ ਦਾ ਅਦਬ ਤੇ ਸਤਿਕਾਰ ਕੀਤਾ ਹੈ। ਗੁਰੂ ਨਾਨਕ ਦੀ ਗੱਦੀ ਦੇ ਅਜ਼ਮਤ ਨੂੰ, ਸ਼ਕਤੀ ਨੂੰ ਜਾਣਦਾ ਹੈ। ਸੋਹਣਾ ਪਲੰਗਾ ਮਹਾਰਾਜ ਜੀ ਦੇ ਵਾਸਤੇ ਉੱਚਾ ਡਾਇਆ ਹੈ। ਚੰਦੋ ਦੁਖਿਓ ਦੇਖ ਸਨਮਾਨ। ਜਦੋਂ ਸਾਧ ਸੰਗਤ ਜੀ ਬਾਦਸ਼ਾਹ ਨੇ ਅਦਬ ਕੀਤਾ, ਸਤਿਕਾਰ ਕੀਤਾ ਮਹਾਰਾਜ ਜੀਆਂ ਦਾ, ਚੰਦੂ ਪਾਪੀ ਵੇਖ ਕੇ ਬਹੁਤ ਦੁਖੀ ਹੋਇਆ ਹੈ। ਇਤਨੇ ਮਹਿ ਗੁਰ ਦਰਸ਼ਨ ਦੀਨਸ। ਇੰਨੇ ਸਮੇਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਦਰਸ਼ਨ ਬਖਸ਼ਿਸ਼ ਕੀਤੇ ਹਨ। ਸਾਦਰ ਕਹਿ ਕਰੀ ਤਹਾਂ ਬਿਠਾਏ। ਬਾਦਸ਼ਾਹ ਨੇ ਬਹੁਤ ਅਦਬ ਕੀਤਾ, ਸਤਿਕਾਰ ਕੀਤਾ, ਸੋਹਣੇ ਪਲੰਗੇ ਤੇ ਬਿਠਾਇਆ ਹੈ ਬੇਨਤੀ ਕਰਕੇ। ਸ਼ਾਹੋ ਨਮਿਓ ਗੁਰੂ ਕਿਰਪ ਕੁਸ਼ਲ। ਕਹਿੰਦੇ ਬਾਦਸ਼ਾਹ ਨੇ ਨਿਵ ਕਰਕੇ ਨਮਸਕਾਰ ਕੀਤੀ, ਮਹਾਰਾਜ ਜੀ ਤੋਂ ਸੁਖ ਸ਼ਾਂਤੀ ਪੁੱਛੀ। ਹੋਏ ਰਹੇ ਸਭ ਸੀਸ ਨਿਵਾਏ। ਜਿੰਨੇ ਵੀ ਸਾਧ ਸੰਗਤ ਜੀ ਸਭਾ ਦੇ ਅੰਦਰ ਹਨ, ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਆਪਣੇ ਸਿਰ ਜਿਹੜੇ ਹਨ ਨਵਾਉਂਦੇ ਹਨ। ਪੁਨ ਹਜ਼ਰਤ ਨੇ ਬੂਝਨ ਕੀਨ। ਫਿਰ ਸਾਧ ਸੰਗਤ ਜੀ ਜਹਾਂਗੀਰ ਬਾਦਸ਼ਾਹ ਨੇ ਮਹਾਰਾਜ ਜੀ ਨੂੰ ਪੁੱਛਣਾ ਕੀਤਾ, ਹਿੰਦੂ ਤੁਰਕ ਜੇ ਬਾਦ ਵਧਾਏ। ਜਿਵੇਂ ਇਸਲਾਮ ਧਰਮ ਦੇ ਲੋਕ, ਹਿੰਦੂ ਧਰਮ ਦੇ ਲੋਕ ਆਪਸ ਅੰਦਰ ਝਗੜਾ ਕਰਦੇ ਹਨ। ਨਿਜ ਨਿਜ ਕੋ ਮਾਨਹਿ ਹਮ ਦੀਰਗ। ਇਸਲਾਮ ਧਰਮ ਦੇ ਲੋਕ ਕਹਿੰਦੇ ਹੈ ਕਿ ਸਾਡਾ ਖੁਦਾ ਵੱਡਾ ਹੈ। ਹਿੰਦੂ ਧਰਮ ਦੇ ਲੋਕ ਕਹਿੰਦੇ ਨੇ ਸਾਡਾ ਰਾਮ ਵੱਡਾ ਹੈ। ਕਹਿ ਭਿਸਤ ਇੱਕ ਦੋ ਚੁਕ ਜਾਏ। ਇਸਲਾਮ ਧਰਮ ਦੇ ਲੋਕ ਕਹਿੰਦੇ ਨੇ ਅਸੀਂ ਬਹਿਸ਼ਤ ਵਿੱਚ ਜਾਵਾਂਗੇ, ਤੇ ਜਿਹੜੇ ਹਿੰਦੂ ਧਰਮ ਦੇ ਲੋਕ ਨੇ ਉਹ ਕਹਿੰਦੇ ਨੇ ਅਸੀਂ ਸਵਰਗਾਂ ਨੂੰ ਜਾਵਾਂਗੇ। ਦੋਨੋਂ ਮੈਂ ਕੋ ਸਾਹਿਬ ਜਾਣਹਿ। ਇਹ ਸੱਚੇ ਪਾਤਸ਼ਾਹ ਆਪ ਜੀ ਦੱਸੋ ਕਿ ਦੋਨਾਂ ਦੇ ਵਿੱਚੋਂ ਕਿਹਦਾ ਮਤ ਵੱਡਾ ਹੈ, ਕਿਹਦਾ ਸਿਧਾਂਤ ਵੱਡਾ ਹੈ। ਕਿਸ ਪਰ ਕਰੁਣਾ ਕਰੇ ਖੁਦਾਏ। ਮਹਾਰਾਜ ਦੱਸੋ ਕਿ ਇਸਲਾਮ ਧਰਮ ਤੇ ਖੁਦਾ ਦੀ ਕਿਰਪਾ ਹੁੰਦੀ ਹੈ ਜਾਂ ਫਿਰ ਹਿੰਦੂ ਧਰਮ ਤੇ ਖੁਦਾ ਦੀ ਕਿਰਪਾ ਹੁੰਦੀ ਹੈ, ਦੱਸੋ। ਕੌਣ ਸਾਜ ਕਹਿ ਦੂਰ ਕਹਿ ਕੋ। ਸੱਚੇ ਪਾਤਸ਼ਾਹ ਕੌਣ ਸੱਚ ਕਹਿੰਦਾ ਹੈ, ਕੌਣ ਝੂਠ ਕਹਿੰਦਾ ਹੈ। ਇਹ ਸੰਸ਼ੈ ਮੇਰੇ ਮਨ ਆਏ। ਜਹਾਂਗੀਰ ਬਾਦਸ਼ਾਹ ਕਹਿੰਦਾ ਮਹਾਰਾਜ ਇਹ ਮੇਰੇ ਮਨ ਅੰਦਰ ਸ਼ੰਕਾ ਹੈ,
ਡਾਊਟ ਹੈ, ਕਿਰਪਾ ਕਰਕੇ ਦੱਸੋ। ਪੁੱਤਰ ਦੇਹੋ ਪੀਰ ਤੁਮ ਦੀਰਘ। ਇਹ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਬਹੁਤ ਵੱਡੇ ਪੀਰ ਹੋ। ਪੀਰ ਉਸ ਨੂੰ ਕਿਹਾ ਜਾਂਦਾ ਹੈ ਜਿਹਦੇ ਅੰਦਰ ਬੜੀ ਵੱਡੀ ਸ਼ਕਤੀ ਹੋਵੇ। ਭਾਈ ਗੁਰਦਾਸ ਨੇ ਸ਼ਬਦ ਵਰਤਿਆ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਜ਼ਾਹਰ ਪੀਰ ਜਗਤ ਗੁਰ ਬਾਬਾ। ਜਹਾਂਗੀਰ ਕਹਿਣ ਲੱਗਾ, ਮਹਾਰਾਜ ਆਪ ਜੀ ਬਹੁਤ ਵੱਡੇ ਪੀਰ ਹੋ, ਅਜ਼ਮਤ ਵਿੱਚ ਬਹੁਤ ਭਾਰੀ ਹੋ, ਮੈਨੂੰ ਉੱਤਰ ਦਿਓ। ਜੇ ਤੇ ਮਮ ਖਾਤਰ ਹੋਏ ਜਾਏ। ਇਸ ਕਰਕੇ ਮਹਾਰਾਜ ਮੈਨੂੰ ਤਸੱਲੀ ਹੋ ਜਾਵੇ, ਵਿਸ਼ਵਾਸ ਹੋ ਜਾਵੇ। ਸੁਨ ਹਜ਼ਰਤ ਤੇ ਸਤਿਗੁਰ ਅਰਜਨ। ਸਾਧ ਸੰਗਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਦਸ਼ਾਹ ਦੀ ਬੇਨਤੀ ਨੂੰ ਸੁਣਿਆ। ਕਹਿ ਜਵਾਬ ਕੋ ਸ਼ਬਦ ਸੁਨਾਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਲਾਹੌਰ ਦੀ ਧਰਤੀ ਤੇ ਬਾਦਸ਼ਾਹ ਦੇ ਸਨਮੁਖ, ਅਹਿਲਕਾਰਾਂ ਦੇ ਸਨਮੁਖ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ। ਰਾਮ ਕਲੀ ਮਹੱਲਾ ਪੰਜਵਾਂ। ਸਾਧ ਸੰਗਤ ਜੀ, ਰਾਮ ਕਲੀ ਰਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ, ਬਾਦਸ਼ਾਹ ਦੇ ਸ਼ੰਕੇ ਨੂੰ ਦੂਰ ਕਰਨ ਲੱਗੇ ਹਨ। ਕੋਈ ਬੋਲੇ ਰਾਮ ਰਾਮ। ਗਰੀਬ ਨਵਾਜ਼ ਕਹਿੰਦੇ, ਬਾਦਸ਼ਾਹ ਜਹਾਂਗੀਰ ਕੋਈ ਰਾਮ ਰਾਮ ਦੇ ਨਾਮ ਨੂੰ ਆਖਦਾ ਹੈ, ਕੋਈ ਖੁਦਾਏ। ਕੋਈ ਖੁਦਾ ਖੁਦਾ ਦੇ ਨਾਮ ਨੂੰ ਆਖਦਾ ਹੈ, ਕੋਈ ਸੇਵੈ ਗੁਸਾਈਆਂ। ਕੋਈ ਗੋਸਾਈ ਪਰਮਾਤਮਾ ਦੀ ਸੇਵਾ ਕਰਦਾ ਹੈ, ਗੁਸਾਈ ਦੇ ਨਾਮ ਨੂੰ ਉਚਾਰਦਾ ਹੈ। ਕੋਈ ਅਲਾਹੇ। ਤੇ ਕੋਈ ਅੱਲਾਹੇ, ਅੱਲਾ ਦੇ ਨਾਮ ਨੂੰ ਆਖਦਾ ਹੈ। ਕਾਰਨ ਕਰਨ ਕਰੀਮ। ਕੋਈ ਉਹਦੇ ਨਾਮ ਨੂੰ ਕਰੀਮ ਆਖਦਾ ਹੈ ਜੋ ਸਾਰੇ ਕੰਮਾਂ ਨੂੰ ਕਰਨ ਵਾਲਾ ਹੈ। ਕਿਰਪਾ ਧਾਰ ਰਹੀਮ। ਰਹੀਮ ਸ਼ਬਦ ਵੀ ਪਰਮਾਤਮਾ ਦਾ ਹੈ ਜੋ ਸਾਰਿਆਂ ਤੇ ਕਿਰਪਾ ਕਰਦਾ ਹੈ, ਦਇਆ ਕਰਦਾ ਹੈ। ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਕੋਈ ਨਾਵੇ ਤੀਰਥ। ਸੱਚੇ ਪਾਤਸ਼ਾਹ ਕਹਿੰਦੇ, ਕੋਈ ਜਾ ਕਰਕੇ ਤੀਰਥਾਂ ਤੇ ਇਸ਼ਨਾਨ ਕਰਦੇ ਹਨ। ਕੋਈ ਹਜ ਜਾਏ। ਕੋਈ ਜਾ ਕਰਕੇ ਮੱਕੇ ਦੀ ਧਰਤੀ ਤੇ ਹਜ ਕਰਦੇ ਹਨ। ਕੋਈ ਕਰੈ ਪੂਜਾ। ਕੋਈ ਕਹਿੰਦੇ ਭਾਵ ਹਿੰਦੂ ਧਰਮ ਦੇ ਲੋਕ ਜਾ ਕਰਕੇ ਪੂਜਾ ਕਰਦੇ ਹਨ। ਕੋਈ ਸਿਰ ਨਿਵਾਏ। ਕੋਈ ਸੱਚੇ ਪਾਤਸ਼ਾਹ ਕਹਿੰਦੇ ਖੁਦਾ ਦੇ ਨਾਮ ਨੂੰ ਜਪ ਕੇ ਧਰਤੀ ਤੇ ਸਜਦਾ ਕਰਦੇ ਹਨ। ਕੋਈ ਪੜੈ ਵੇਦ। ਗਰੀਬ ਨਵਾਜ਼ ਕਹਿੰਦੇ, ਭਾਈ ਕੋਈ 4 ਵੇਦਾਂ ਦੇ ਸਿਧਾਂਤ ਨੂੰ ਪੜ੍ਹਦਾ ਹੈ। ਕੋਈ ਕਤੇਬ। ਇਸਲਾਮ ਧਰਮ ਅੰਦਰ 4 ਕੁਤੇਬਾਂ ਮੰਨੀਆਂ ਨੇ, ਅੰਬੀਰ, ਤੌਰੀਕ ਇਤਿਆਦਿਕ। ਕੋਈ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹਨਾਂ ਨੂੰ ਕਤੇਬਾਂ ਨੂੰ ਪੜ੍ਹਦਾ ਹੈ। ਕੋਈ ਓਡੈ ਨੀਲ। ਕੋਈ ਸੁਪੇਦ। ਕੋਈ ਨੀਲੇ ਬਸਤਰ ਪਹਿਨਦਾ ਹੈ, ਕੋਈ ਚਿੱਟੇ ਕੱਪੜੇ ਪਹਿਨਦਾ ਹੈ। ਕੋਈ ਕਹੈ ਤੁਰਕ, ਕੋਈ ਕਹੈ ਹਿੰਦੂ। ਦੁਨੀਆ ਦੇ ਲੋਕ ਕਈਆਂ ਨੂੰ ਤੁਰਕ ਆਖਦੇ ਨੇ ਕਿ ਮੁਸਲਮਾਨ ਨੇ, ਕੋਈ ਆਖਦੇ ਨੇ ਮੁਸਲਮਾਨ, ਆਖਦੇ ਨੇ ਹਿੰਦੂ ਹਨ। ਕੋਈ ਬਾਸ਼ੈ ਭੇਸ਼ਤ, ਕੋਈ ਸੁਰਗਿੰਦੂ। ਕਹਿੰਦੇ ਕੋਈ ਬਹਿਸ਼ਤ ਨੂੰ ਚਾਹੁੰਦਾ ਹੈ, ਇਸਲਾਮ ਧਰਮ ਦੇ ਅੰਦਰ ਮੰਨਦੇ ਹਨ, ਤੇ ਜਿਹੜੇ ਹਿੰਦੂ ਧਰਮ ਦੇ ਲੋਕ ਨੇ ਉਹ ਸਵਰਗ ਨੂੰ ਭਾਲਦੇ ਹਨ। ਕਹੋ ਨਾਨਕ ਜਿਨ ਹੁਕਮ ਪਛਾਤਾ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਹ ਗੱਲਾਂ ਦੀ ਲੋੜ ਨਹੀਂ, ਮਤਾਂ ਦੇ ਵਿੱਚ ਪੈਣ ਦੀ ਲੋੜ ਨਹੀਂ। ਜਹਾਂਗੀਰ ਬਾਦਸ਼ਾਹ ਜਿਨ੍ਹਾਂ ਨੇ ਅਕਾਲ ਪੁਰਖ ਦੇ ਹੁਕਮ ਨੂੰ ਪਛਾਣਿਆ ਹੈ, ਜਾਣਿਆ ਹੈ। ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਉਹਨਾਂ ਨੇ ਅਕਾਲ ਪੁਰਖ ਅੱਲਾ ਦੇ, ਵਾਹਿਗੁਰੂ ਦੇ, ਰਾਮ ਦੇ ਨਾਮ ਦੇ ਭੇਦ ਨੂੰ ਸਮਝਿਆ ਹੈ, ਕਿਉਂਕਿ ਪਰਮਾਤਮਾ ਦੇ ਨਾਮ ਜਿਹੜੇ ਹਨ ਬਹੁਤ ਹਨ। ਗਰੀਬ ਨਵਾਜ਼ ਨੇ ਬਾਣੀ ਅੰਦਰ ਜ਼ਿਕਰ ਕੀਤਾ ਹੈ ਕਿ ਜਿਹੜਾ ਸ਼ੇਸ਼ ਨਾਗ ਹੈ ਹਜ਼ਾਰਾਂ ਜੀਵਾਂ ਦੇ ਨਾਲ ਵਾਹਿਗੁਰੂ ਦੇ ਨਿਤ ਨਵੇਂ ਨਾਮ ਲੈਂਦਾ ਹੈ। ਕਿਤੇ ਜਪਤਿਓ ਅੰਤ ਨਾ ਪਾਵੈ ਗੋ, ਜਪਦਾ ਹੈ ਪਰ ਖੁਦਾ ਦੇ ਅੰਤ ਨੂੰ ਨਹੀਂ ਪਾ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਜਹਾਂਗੀਰ ਉਹਦੇ ਹੁਕਮ ਨੂੰ ਸਮਝਣਾ ਪਵੇਗਾ। ਦੋਹਰਾ ਸ੍ਰੀ ਪਰਮੇਸ਼ਰ ਏਕ ਹੈ, ਝਗਰਤ ਦੋਏ ਬਤਾਏ। ਸੱਚੇ ਪਾਤਸ਼ਾਹ ਕਹਿੰਦੇ ਭਾਈ ਪਰਮਾਤਮਾ ਇੱਕ ਹੈ। ਇਸਲਾਮ ਧਰਮ ਦੇ ਲੋਕ, ਹਿੰਦੂ ਧਰਮ ਦੇ ਲੋਕ ਦੋਨੋਂ ਝਗੜਦੇ ਹਨ। ਸੁਨੋ ਸ਼ਾਹੋ ਨਿਸ਼ਚੈ ਕਰੋ, ਏਕੋ ਰਾਮ ਖੁਦਾਏ। ਸੱਚੇ ਪਾਤਸ਼ਾਹ ਕਹਿੰਦੇ ਬਾਦਸ਼ਾਹ ਜਹਾਂਗੀਰ ਸਾਡੀ ਵਾਰਤਾ ਨੂੰ ਸੁਣ, ਵਿਸ਼ਵਾਸ ਰੱਖ, ਸ਼ਰਧਾ ਰੱਖ, ਖੁਦਾ ਤੇ ਰਾਮ ਇੱਕ ਹੈ। ਅਰਥ ਕਿਰਪਾਲ ਰਹੀਮ ਕੋ, ਏਕੋ ਜਾਣਿਓ ਜਾਏ। ਭਾਵੇਂ ਕਿਰਪਾਲ ਹੈ ਤੇ ਭਾਵੇਂ ਰਹੀਮ ਹੈ, ਭਾਵੇਂ ਅੱਲਾ ਹੈ ਤੇ ਭਾਵੇਂ ਗੁਸਾਈ ਹੈ। ਸੱਚੇ ਪਾਤਸ਼ਾਹ ਕਹਿੰਦੇ ਦਾ ਅਰਥ ਇੱਕ ਹੀ ਬਣਦਾ ਹੈ। ਪਖ ਬਾਦ ਕਰ ਪਰਸ ਪਰ, ਝੂਠੇ ਦੋਏ ਬਨਾਏ। ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਕੋਈ ਇਸਲਾਮ ਧਰਮ ਦੇ ਨੇ, ਭਾਵੇਂ ਹਿੰਦੂ ਧਰਮ ਦੇ ਨੇ, ਇਹ ਪੱਖਵਾਦ ਅੰਦਰ ਪੈ ਕਰਕੇ ਕਹਿੰਦੇ ਝਗੜਦੇ ਹਨ।
हमरो मत है अपर बेद मिलियो दोनों साथ। ਸੱਚੇ ਪਾਤਸ਼ਾਹ ਕਹਿੰਦੇ ਸਾਡਾ ਜਿਹੜਾ ਸਿਧਾਂਤ ਹੈ ਉਹ ਵੱਖਰਾ ਹੈ, ਦੋਨਾਂ ਨਾਲ ਮਿਲਿਆ ਹੋਇਆ ਹੈ। कर दोनों ते पृथक भी नहीं बाध की गाथ। ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਸੱਚੇ ਮਾਰਗ ਤੇ ਚੱਲਦੇ ਨੇ, ਖੁਦਾ ਦੇ ਨਾਮ ਨੂੰ ਜਪਣ ਵਾਲੇ ਨੇ, ਹਿੰਦੂ ਧਰਮ ਦੇ ਲੋਕ ਰਾਮ ਦੇ ਨਾਮ ਨੂੰ ਜਪਣ ਵਾਲੇ ਨੇ, ਗੀਤਾ ਤੇ ਵਿਸ਼ਵਾਸ ਰੱਖਦੇ ਨੇ, ਤੇ ਜਿਹੜੇ ਇਸਲਾਮ ਧਰਮ ਦੇ ਲੋਕ 5 ਵਕਤ ਦੀ ਨਮਾਜ਼ ਪੜ੍ਹਦੇ ਨੇ, ਕੁਰਾਨ ਤੇ ਵਿਸ਼ਵਾਸ ਰੱਖਦੇ ਨੇ, ਉਹ ਕਦੇ ਝਗੜਿਆਂ ਵਿੱਚ ਨਹੀਂ ਪੈਂਦੇ। ਹੁਕਮ ਜਾਨ ਸਾਹਿਬ ਪ੍ਰਭੂ ਦੁਖ ਸੁਖ ਜਿਮ ਬਨ ਆਏ। ਸੱਚੇ ਪਾਤਸ਼ਾਹ ਕਹਿੰਦੇ ਬਾਦਸ਼ਾਹ ਉਹਦੇ ਹੁਕਮ ਨੂੰ ਸਮਝ, ਦੁੱਖ ਆ ਜਾਵੇ ਸੁੱਖ ਆ ਜਾਵੇ ਉਹਦੀ ਰਜ਼ਾ ਨੂੰ ਸਮਝੋ। ਹਰ ਖਤ ਰਹਿ ਸਦੀਵ ਹਿਆ ਦੋਸ਼ ਨਹੀਂ ਅਰ ਪਾਏ। ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਦੁੱਖ ਆ ਜਾਵੇ ਸੁੱਖ ਆ ਜਾਵੇ ਉਹਦੇ ਹੁਕਮ ਦੇ ਵਿੱਚ ਰਹੋ, ਉਹਦੀ ਰਜ਼ਾ ਦੇ ਵਿੱਚ ਰਹੋ। ਸਤਨਾਮ ਕੋ ਸਿਮਰਨ ਤਿਆਗਨ ਤਨ ਅਭਿਆਸ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਨੂੰ ਕਰਦੇ ਹਨ, ਤਨ ਦੇ ਅਭਿਆਸ ਨੂੰ ਛੱਡ ਕੇ, ਦੇਹ ਹੰਕਾਰ ਨੂੰ ਛੱਡ ਕਰਕੇ। ਤੀਨੋਂ ਤੇ ਪ੍ਰਭੂ ਕੋ ਮਿਲੇ ਹੋਏ ਬ੍ਰਹਮ ਗਿਆਨ ਪ੍ਰਕਾਸ਼। ਜਿਨ੍ਹਾਂ ਦੇ ਪਾਸ ਖੁਦਾ ਦੀ ਬੰਦਗੀ ਹੈ, ਪਰਮਾਤਮਾ ਤੇ ਵਿਸ਼ਵਾਸ ਹੈ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦੇ ਨੇ, ਉਹਨਾਂ ਨੂੰ ਖੁਦਾ ਮਿਲ ਜਾਂਦਾ ਹੈ, ਰਾਮ ਮਿਲ ਜਾਂਦਾ ਹੈ। ਹਿੰਦੂ ਹੋਏ ਕੈ ਤੁਰਕ ਹੋਏ ਤੀਨੋਂ ਜਿਨਹੁ ਕਮਾਏ। ਸੱਚੇ ਪਾਤਸ਼ਾਹ ਕਹਿੰਦੇ ਬਾਦਸ਼ਾਹ ਭਾਵੇਂ ਕੋਈ ਇਸਲਾਮ ਧਰਮ ਦਾ ਮਨੁੱਖ ਹੈ, ਭਾਵੇਂ ਕੋਈ ਹਿੰਦੂ ਧਰਮ ਦਾ ਮਨੁੱਖ ਹੈ, ਜਿਹਦੇ ਪਾਸ 3 ਗੁਣ ਹਨ ਉਹਨੂੰ ਪਰਮੇਸ਼ਰ ਮਿਲ ਜਾਂਦਾ ਹੈ। ਪਾਰ ਪਰੇ ਭਵ ਸਿੰਧ ਤੇ ਜਨਮ ਕਲੇਸ਼ ਮਿਟਾਏ। ਜਿਨ੍ਹਾਂ ਦੇ ਪਾਸ ਖੁਦਾ ਦਾ ਨਾਮ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ, ਜਨਮ ਅਤੇ ਮਰਨ ਦਾ ਦੁੱਖ ਉਹਨਾਂ ਦਾ ਕੱਟਿਆ ਜਾਂਦਾ ਹੈ। ਤੀਨੋਂ ਕੋ ਵਿਸਤਾਰ ਕਰ ਕਹਾਂ ਜੇ ਅਰਥ ਵਿਸਾਲ। ਸੱਚੇ ਪਾਤਸ਼ਾਹ ਕਹਿੰਦੇ ਜੇ ਤਿੰਨਾਂ ਦਾ ਅਰਥ ਕਰੀਏ ਤੇ ਬਹੁਤ ਵੱਡਾ ਜਿਹੜਾ ਇਤਿਹਾਸ ਬਣ ਜਾਵੇਗਾ। ਅਦਕ ਹੋਏ ਕਹਿ ਤੱਕ ਸੁਨੋ ਛੂਟੇ ਬੰਧਨ ਜਾਲ। ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਭਾਈ ਵਾਹਿਗੁਰੂ ਦੀ ਸਾਧਨਾ ਕਰੋ, ਖੁਦਾ ਦੇ ਨਾਮ ਨੂੰ ਜਪੋ, ਤਮਾਮ ਜਿਹੜੇ ਬੰਧਨ ਨੇ ਕੱਟੇ ਜਾਣਗੇ। ਸੁਮਤਵੰਤ ਥੋਰੇ ਕਹੇ ਸਮਝੇ ਬਾਤ ਵਿਸਾਲ। ਸੱਚੇ ਪਾਤਸ਼ਾਹ ਕਹਿੰਦੇ ਬੁੱਧੀ ਵਾਲੇ, ਆਤਮਿਕ ਵਿਸ਼ੈਣੀ ਬੁੱਧੀ ਵਾਲੇ ਸਿਆਣੇ ਮਨੁੱਖ ਥੋੜੇ ਹਨ, ਜਿਹੜੇ ਪ੍ਰਮਾਤਮਾ ਦੇ ਵਿਸ਼ਾਲ ਮਾਰਗ ਨੂੰ ਸਮਝਦੇ ਹਨ। ਜਿਨ ਕੋ ਲਗੀ ਖੁਦਾਏ ਲਿਵ ਸਈ ਅਕਲ ਕਮਾਲ। ਜਿਨ੍ਹਾਂ ਦੀ ਖੁਦਾ ਦੇ ਅੰਦਰ ਬਿਰਤੀ ਲੱਗੀ ਹੈ ਭਾਈ, ਉਹਨਾਂ ਦੀ ਬੁੱਧੀ ਜਿਹੜੀ ਹੈ ਉਹ ਬੇਮਿਸਾਲ ਹੈ, ਬਹੁਤ ਵੱਡੀ ਹੈ। ਇਮ ਸਤਿਗੁਰ ਕੇ ਕਹਿਤ ਬਾਚੋ ਰਵ ਪਸਚਮ ਅਸਤਾਏ। ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਜੀ ਨੇ ਬਚਨ ਕੀਤੇ ਹਨ। ਸ਼ਾਮ ਹੋ ਆਈ ਹੈ, ਸੰਧਿਆ ਦਾ ਵੇਲਾ ਹੋ ਗਿਆ ਹੈ। ਸੰਧਿਆ ਲਖ ਕਰ ਸ਼ਾਹੋ ਤਬ ਕਰੇ ਵਿਸਰਜਨ ਗਾਏ। ਇਸ ਤਰ੍ਹਾਂ ਸਾਧ ਸੰਗਤ ਜੀ ਸ਼ਾਮ ਦਾ ਸਮਾਂ ਹੋ ਗਿਆ ਹੈ, ਬਾਦਸ਼ਾਹ ਨੇ ਆਪਣੇ ਪੁੱਤਰ ਦੀ ਵਾਰਤਾ ਨਹੀਂ ਤੋਰੀ ਹੈ। ਉਠੇ ਗੁਰੂ ਨਿਕਸੇ ਵਹਿਰ ਚੰਦੂ ਅਵਸਰ ਪਾਏ। ਮਹਾਰਾਜ ਸੱਚੇ ਪਾਤਸ਼ਾਹ ਉੱਠੇ ਨੇ, ਕਹਿੰਦੇ ਚੰਦੂ ਪਾਪੀ ਨੇ ਸਮਾਂ ਪਾ ਲਿਆ। ਮੈਂ ਲੈ ਜਾਉ ਨਿਜ ਸਦਨ ਰਾਖੋਂ ਸੇਵਕ ਰਾਏ। ਬਾਦਸ਼ਾਹ ਜਹਾਂਗੀਰ ਨੂੰ ਕਹਿਣ ਲੱਗਾ ਜੇ ਤੁਹਾਡਾ ਹੁਕਮ ਹੋਵੇ ਤੇ ਮੈਂ ਗੁਰੂ ਜੀ ਨੂੰ ਆਪਣੇ ਘਰ ਦੇ ਵਿੱਚ ਲੈ ਜਾਵਾਂਗਾ, ਚੰਗੀ ਸੇਵਾ ਕਰਾਂਗਾ। ਸਮਝਾਵੋ ਸਭ ਵਾਰਤਾ ਤੁਮਰੀ ਦਿਸ਼ਤੇ ਹੋਏ। ਆਪ ਜੀ ਦੇ ਵੱਲੋਂ ਜਿਹੜੀ ਸਾਰੀ ਵਾਰਤਾ ਮੈਂ ਸਮਝਾਉਣਾ ਕਰਾਂਗਾ, ਕਹਿਣਾ ਕਰਾਂਗਾ। ਲਿਓ ਦੋਏ ਲਾਖ ਸੁਖੈਨ ਹੀ ਰਖੇ ਨਾ ਤਸਕਰ ਕੋਏ। ਮੈਂ ਸੁਖੈਨ ਹੀ ਸੌਖੇ ਢੰਗ ਨਾਲ ਇਹਨਾਂ ਦੇ ਪਾਸੋਂ 2 ਲੱਖ ਰੁਪਈਆ ਵੀ ਲੈ ਲਵਾਂਗਾ, ਸਮਝਾ ਵੀ ਦਵਾਂਗਾ, ਕੋਈ ਚੋਰ ਕੋਈ ਧਾਵੜੀ ਨਾ ਰੱਖਣਗੇ। ਬਿਨਾ ਦੰਡ ਤੇ ਹਟੇ ਨਹਿ ਦੇਸ਼ ਨਾ ਹੋਏ ਆਰਾਮ। ਜਿੰਨਾ ਚਿਰ ਇਹਨਾਂ ਨੂੰ ਕੋਈ ਸਜ਼ਾ ਨਹੀਂ ਮਿਲਦੀ ਉਹਨਾਂ ਚਿਰ ਨਹੀਂ ਹਟਣਗੇ, ਦੇਸ਼ ਨੂੰ ਚੈਨ ਨਹੀਂ ਮਿਲੇਗਾ, ਪਾਪੀ ਦੁਸ਼ਟ ਕਹਿ ਰਿਹਾ ਹੈ। ਕਰੋ ਨਿਵਾਨ ਕਰੋ ਨਿਆਵ ਈਮਾਨ ਤੁਮ ਸੋ ਜਸ ਜਗਤ ਅਬਿਰਾਮ। ਇਸ ਕਰਕੇ ਆਪ ਜੀ ਹੁਣ ਨਿਬੇੜਾ ਕਰੋ ਤੇ ਮੈਨੂੰ ਆਗਿਆ ਦੇ ਦਿਓ। ਸ਼ਹਿਜ਼ਾਦਾ ਰਾਖਿਓ ਨਿਕਟ ਪਾਏ ਤਿਦਾ ਕਰੋ ਸੋਏ। ਇਹਨਾਂ ਨੇ ਤੁਹਾਡੇ ਸਾਹਿਬਜ਼ਾਦੇ ਖੁਸਰੇ ਨੂੰ ਕੋਲ ਰੱਖਿਆ, ਤੁਹਾਡੇ ਇਹਨਾਂ ਨੇ ਭੈ ਨਹੀਂ ਮੰਨਿਆ, ਇਸ ਕਰਕੇ ਬਹੁਤ ਵੱਡਾ ਡਰ ਦੇਵਾਂਗੇ। ਨਹਿ ਬਿਜਾਏ ਬਹੁਰੋ ਕਰਹਿ ਔਰ ਦੀਰਘ ਡਰ ਹੋਏ। ਇਸ ਕਰਕੇ ਇਹਨਾਂ ਨੂੰ ਬਹੁਤ ਵੱਡੀ ਸਜ਼ਾ ਦੇਵਾਂਗੇ, ਫਿਰ ਉਸ ਤੋਂ ਬਾਅਦ ਕੋਈ ਇਹੋ ਜਿਹਾ ਕਦਮ ਨਹੀਂ ਚੁੱਕਣਗੇ। ਤੁਮ ਕੋ ਦੋਸ਼ ਨਾ ਹੋਏ ਕੁਛ ਮੈਂ ਲਵੋਂ 2 ਲੱਖ। ਚੰਦੂ ਕਹਿਣ ਲੱਗਾ ਜਹਾਂਗੀਰ ਨੂੰ ਤੁਹਾਨੂੰ ਕੋਈ ਦੋਸ਼ ਨਹੀਂ ਲੱਗੇਗਾ, ਪਾਪ ਨਹੀਂ ਲੱਗੇਗਾ, ਸਾਰੀ ਮਾਇਆ ਮੈਂ ਲੈ ਲਵਾਂਗਾ। ਕਰੂੰ ਖਜ਼ਾਨੇ ਦਾਖਲੀ 3-4 ਦਿਨ ਰਾਤ।
ਰਾਖ। 4 ਦਿਨ ਕੋਲ ਰੱਖ ਕਰਕੇ ਜਿਹੜੀ ਮਾਇਆ ਹੈ ਖਜ਼ਾਨੇ ਦੇ ਵਿੱਚ ਪਾ ਦੇਵਾਂਗਾ। ਅਬ ਨ ਬਨੇ ਕਸ਼ਮੀਰ ਕੋ ਰਾਵਰ ਕਰਨ ਪਿਆਨ। ਇਹ ਬਾਦਸ਼ਾਹ ਜੀ ਆਪ ਜੀ ਕਸ਼ਮੀਰ ਦੀ ਧਰਤੀ ਤੇ ਨਾ ਜਾਣਾ ਕਰੋ। ਮਰਜੀ ਔਰ ਦਿੱਲੀ ਚਲੋ ਮਾਨ ਬਿਨੋਦ ਮਹਾਨ। ਮੇਰੀ ਬੇਨਤੀ ਨੂੰ ਮੰਨੋ, ਆਪ ਜੀ ਦਿੱਲੀ ਦੀ ਧਰਤੀ ਵੱਲ ਜਾਣਾ ਕਰੋ। ਆਪ ਕਰੋ ਅਬ ਕੂਚ ਕੋ ਪਾਛੇ ਲੈ ਧਨ ਸੋਏ। ਆਪ ਜੀ ਤੋਂ ਹੁਣ ਚਾਲੇ ਪਾ ਦਿਓ ਤੇ ਆਪ ਜੀ ਤੋਂ ਬਾਅਦ ਮੈਂ ਇਹਨਾਂ ਦੇ ਪਾਸੋਂ ਸਾਰਾ ਧਨ ਲੈ ਲਵਾਂਗਾ। ਕਰੇ ਸਪਾਰਸ ਕਬਹੂ ਕੋ ਨਹਿ ਸੁਣੀਐ ਤਿਸ ਜੋਏ। ਹੁਣ ਚੰਦੂ ਪਾਪੀ ਜਿਹੜਾ ਹੈ ਕਹਿਣ ਲੱਗਾ ਬਾਦਸ਼ਾਹ ਨੂੰ, ਤੁਹਾਡੇ ਪਾਸ ਕੋਈ ਇਹਨਾਂ ਦੀ ਫਰਿਆਦ ਕਰੇ, ਬੇਨਤੀ ਕਰੇ, ਕਿਸੇ ਦੀ ਫਰਿਆਦ ਨੂੰ ਬੇਨਤੀ ਨੂੰ ਸੁਣਿਓ ਨਾ। ਹਾਂ ਕਹਿਵਾਈ ਸ਼ਾਹ ਤੇ ਨਿਗਸਿਓ ਤਤ ਛਿਨ ਆਏ। ਕਹਿੰਦੇ ਚੰਦੂ ਪਾਪੀ ਨੇ ਬਾਦਸ਼ਾਹ ਦੇ ਪਾਸੋਂ ਹਾਂ ਕਰਾ ਕੇ ਤੇ ਬੜੀ ਛੇਤੀ ਨਾਲ ਚੱਲ ਪਿਆ। ਕਰੇ ਸਿਪਾਹੀ ਸੰਗ ਗੁਰ ਨਿਜ ਡੇਰੇ ਕਹੋ ਲਿਆਏ। ਨਾਲ ਕਹਿੰਦੇ ਪਾਪੀ ਦੇ ਸਿਪਾਹੀ ਹਨ ਤੇ ਮਹਾਰਾਜ ਜੀ ਨੂੰ ਆਪਣੇ ਘਰ ਵਿੱਚ ਲੈ ਆਇਆ। 5 ਸਿੱਖ ਡਿਓਢੀ ਵਿਖੇ ਕਰ ਕੈ ਕੈਦ ਬਿਠਾਏ। ਜਿਹੜੇ 5 ਸਿੱਖ ਸੀ, ਭਾਈ ਵਿਦਿਆ ਜੀ, ਭਾਈ ਲੰਗਾ ਜੀ, ਭਾਈ ਪ੍ਰਾਣਾ ਜੀ, ਭਾਈ ਜੇਠਾ ਜੀ, ਉਹਨਾਂ ਨੂੰ ਕਹਿੰਦੇ ਕੈਦ ਕਰਕੇ ਡਿਓਢੀ ਦੇ ਵਿੱਚ ਰੱਖ ਦਿੱਤਾ ਹੈ। ਅੰਤਰ ਗੁਰੂ ਉਤਾਰ ਕੈ ਕਹਿ ਕਹਾਰ ਨਿਕਸਾਏ। ਕਹਿੰਦੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਹਵੇਲੀ ਦੇ ਅੰਦਰ ਬਿਠਾਉਣਾ ਕੀਤਾ ਹੈ। ਤਿਮਰ ਭਏ ਘਰ ਲੈ ਭਰਿਓ ਡੇਰਾ ਦਿਓ ਕਰਾਏ। ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਜੀ ਨੂੰ ਹਵੇਲੀ ਦੇ ਅੰਦਰ ਗੁਰੂ ਕੇ ਸਿੱਖਾਂ ਨੂੰ ਤੇ ਹਵੇਲੀ ਦੇ ਨਾਲ ਜਿਹੜਾ ਘਰ ਸੀ ਉਹਦੇ ਅੰਦਰ ਮਹਾਰਾਜ ਜੀ ਨੂੰ ਬਿਠਾ ਕੇ ਤੇ ਆਪ ਘਰ ਨੂੰ ਚੱਲਿਆ ਹੈ। ਬ੍ਰਿੰਦ ਸਿਪਾਹੀ ਦ੍ਰਿੜ ਕਰੇ ਸਾਵਧਾਨ ਹਰ ਖਾਏ। ਬਹੁਤੇ ਜਿਹੜੇ ਸਿਪਾਹੀ ਨੇ ਉਹਨਾਂ ਨੂੰ ਹੁਕਮ ਕਰ ਦਿੱਤਾ ਹੈ ਕਿ ਤੁਸੀਂ ਕਰੜਾ ਪਹਿਰਾ ਲਾਉਣਾ। ਨਿਸ ਬਾਸਰ ਠਾਡੇ ਰਹੋ ਗਹੇ ਹਾਸ ਹਸ ਢਾਲ। ਕਿ ਤੁਸੀਂ ਆਪਣੇ ਹੱਥਾਂ ਦੇ ਵਿੱਚ ਢਾਲ ਤੇ ਸ਼੍ਰੀ ਸਾਹਿਬ ਫੜ ਕੇ ਤੇ ਖੜੇ ਰਹਿਣਾ ਹੈ। ਨਿਗਟ ਨਾ ਆਮਨ ਦੇਹੋ ਕਿਸੇ ਭੇਰ ਕੇ ਵਾਰ ਵਿਸਾਲ। ਜਿਹੜੇ ਵੱਡੇ ਦਰਵਾਜ਼ੇ ਹਨ ਉਹਨਾਂ ਨੂੰ ਬੰਦ ਕਰ ਦਿਓ ਤੇ ਇਹਨਾਂ ਦੇ ਪਾਸ ਕਿਸੇ ਨੂੰ ਆਉਣ ਨਾ ਦਿਓ। ਮਨ ਭਾਵਤ ਮੇਰੀ ਭਈ ਹਰਖਿਓ ਮੂਡ ਵਿਸਾਲ। ਮੂਰਖ ਚੰਦੂ ਜਿਹੜਾ ਹੈ, ਪਾਪੀ ਚੰਦੂ ਕਹਿਣ ਲੱਗਾ ਮੇਰੇ ਮਨ ਭਾਉਂਦੀ ਹੋ ਗਈ, ਬੜਾ ਖੁਸ਼ ਹੋਇਆ ਹੈ। ਸੁਭਤਿਓ ਖਾਤਰ ਜਮਾ ਕਰ ਠਾਡੇ ਨਰ ਜਾਲ। ਕਹਿੰਦੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਬਹੁਤੇ ਸਿੱਖਾਂ ਨੂੰ ਖੜੇ ਕਰਕੇ ਕਹਿੰਦੇ ਜਮਾ ਦੀ ਤੇ ਬਹੁਤ ਵੱਡੀ ਮਾਰ ਪਵੇਗੀ। ਦੋਹਰਾ ਨਿਸਾ ਬਿਤੀ ਪੁਨ ਪ੍ਰਾਤ ਕੀ ਸ਼ਾਹੋ ਬਾਕ ਕਹਿ ਦੀਨ। ਕਹਿੰਦੇ ਰਾਤ ਬਤੀਤ ਹੋਈ ਹੈ, ਦੂਸਰੇ ਪਾਸੇ ਬਾਦਸ਼ਾਹ ਜਹਾਂਗੀਰ ਨੇ ਇਸ ਤਰ੍ਹਾਂ ਬਚਨ ਕਰ ਦਿੱਤੇ। ਬਜੇ ਨਗਾਰੇ ਕੂਚ ਕੇ ਸੁਧ ਸਭ ਹੂੰ ਸੁਨ ਲੀਨ। ਬਹੁਤ ਵੱਡੇ ਵੱਡੇ ਨਗਾਰੇ ਜਿਹੜੇ ਧੌਂਸੇ ਹਨ। ਹੁਣ ਬਾਦਸ਼ਾਹ ਸਾਧ ਸੰਗਤ ਜੀ ਲਾਹੌਰ ਦੀ ਧਰਤੀ ਤੋਂ ਕੂਚ ਕਰਨ ਲੱਗਾ ਹੈ, ਚਾਲੇ ਪਾਉਣ ਲੱਗਾ ਹੈ। ਚੌਪਈ ਹਜ਼ਰਤ ਜਬ ਤਿਆਰ ਹੋਏ ਗਇਓ। ਜਦੋਂ ਕਹਿੰਦੇ ਬਾਦਸ਼ਾਹ ਤਿਆਰ ਹੋ ਗਿਆ ਹੈ ਫੌਜਾਂ ਦੇ ਸਮੇਤ। ਚੰਦੂ ਅਗੀ ਮੇਲ ਕਰ ਕੀਓ। ਇੰਨੇ ਸਮੇਂ ਨੂੰ ਕਹਿੰਦੇ ਪਾਪੀ ਚੰਦੂ ਨੇ ਆਣ ਕੇ ਮੇਲ ਕੀਤਾ ਹੈ, ਬਾਦਸ਼ਾਹ ਨੂੰ ਮਿਲਿਆ ਹੈ। ਦੇਹੋ ਪਰਵਰਨ ਕੀ ਮੁਝ ਕੋ ਆਪੂ। ਇਹ ਕਹਿਣ ਲੱਗਾ ਕਿ ਇਹ ਬਾਦਸ਼ਾਹ ਜੀ ਹੁਣ ਮੈਨੂੰ ਆਪ ਜੀ ਆਗਿਆ ਦੇ ਦਿਓ। ਦਿਨ ਚਾਰਕ ਮਹਿ ਕਰਬ ਮਿਲਾਪੂ। ਤੇ ਮੈਂ 4 ਦਿਨਾਂ ਅੰਦਰ ਸਾਰਾ ਨਿਬੇੜ ਕਰਕੇ ਤੁਹਾਡੇ ਨਾਲ ਮਿਲਾਪ ਕਰਾਂਗਾ। ਕਛੂ ਮਾਮਲੇ ਕੀ ਰਹਿਕਾਰ। ਫਿਰ ਸੱਚੇ ਜਿਹੜਾ ਚੰਦੂ ਹੈ ਬਾਦਸ਼ਾਹ ਨੂੰ ਕਹਿਣ ਲੱਗਾ ਕਿ ਜਿਹੜੀ ਆਪਣੀਆਂ ਜਗੀਰਾਂ ਦਾ ਟੈਕਸ ਹੈ ਉਹ ਵੀ ਰਹਿੰਦਾ ਹੈ। ਇੱਕ ਸੰਮਤ ਕੀ ਕਰਨ ਸੰਭਾਰ। ਤੇ 1 ਸਾਲ ਦਾ ਜਿਹੜਾ ਧਨ ਦਾ ਲੈਣ ਦੇਣ ਦਾ ਸੰਭਾਲ ਹੈ ਉਹ ਰਹਿੰਦੀ ਹੈ। ਨਵੀਂ ਸਿੰਧ ਲਾਗੀ ਸਮਦਾਏ। ਬਹੁਤੇ ਜਿਹੜੇ ਮੁਨਸ਼ੀ ਹਨ ਬਾਦਸ਼ਾਹ 1 ਸਾਲ ਦੇ ਹਿਸਾਬ ਕਿਤਾਬ ਦੇ ਵਿੱਚ ਲੱਗੇ ਹੋਏ ਹਨ, ਜੁਟੇ ਹੋਏ ਹਨ। ਜਮਾ ਖਰਚ ਕੋ ਸਭ ਸਮਝਾਏ। ਕਿੰਨਾ ਖਰਚ ਹੋਇਆ, ਕਿੰਨਾ ਆਮਦਨ ਹੋਈ, ਸਾਰਾ ਆਪ ਜੀ ਨੂੰ ਸਮਝਾ ਦੇਵਾਂਗੇ। ਕਰ ਫਰੇਬ ਕੋ ਛੋਰਿਓ ਸਾਥ। ਕਹਿੰਦੇ ਇਸ ਤਰ੍ਹਾਂ ਬਹੁਤ ਵੱਲ ਕਰਕੇ ਕਪਟ ਕਰਕੇ ਚੰਦੂ ਪਾਪੀ ਨੇ ਬਾਦਸ਼ਾਹ ਦਾ ਜਿਹੜਾ ਸਾਥ ਹੈ ਛੱਡ ਦਿੱਤਾ ਹੈ। ਸ਼ਾਹੋ ਨ ਚਿਤਵੀ ਪੁਨ ਗੁਰ ਗਾਥ। ਦੂਸਰੇ ਪਾਸੇ ਕਹਿੰਦੇ ਬਾਦਸ਼ਾਹ ਜਹਾਂਗੀਰ ਨੇ ਮਹਾਰਾਜ ਜੀ ਦੀ ਕੋਈ ਵੀ ਬਚਨ, ਕੋਈ ਵੀ ਬੋਲ ਜਿਹੜੀ ਗਾਥਾ ਸੀ ਚੇਤੇ ਨਹੀਂ ਕੀਤੀ। ਬਹੁ ਧੰਦੇ ਗਨ ਭੋਗਨ ਵਿਸੈ। ਕਿਉਂਕਿ ਜਿਹੜੇ ਬਾਦਸ਼ਾਹ ਹੁੰਦੇ ਨੇ ਵਕਾਰਾਂ ਨੂੰ ਭੋਗਣ ਵਾਲੇ ਹੁੰਦੇ ਹਨ। ਬਹੁਰ ਚੱਲਿਓ ਚੜ ਕਿਆ ਸ਼ੁਧ ਤਿਸੈ। ਕਹਿੰਦੇ ਫਿਰ ਇਸ ਤਰ੍ਹਾਂ ਘੋੜਿਆਂ ਤੇ ਸਵਾਰ ਹੋ ਕਰਕੇ ਇਹ ਜਿਹੜਾ ਜਹਾਂਗੀਰ ਬਾਦਸ਼ਾਹ ਹੈ ਫੌਜਾਂ ਦੇ ਸਮੇਤ
ਲਾਹੌਰ ਦੀ ਧਰਤੀ ਤੋਂ ਚਾਲੇ ਪਾ ਦਿੰਦਾ ਹੈ। ਪੂਰਬ ਭੀ ਕਬ ਗੁਰੂ ਪ੍ਰਸੰਗ, ਕਹਿੰਦੇ ਪਹਿਲਾਂ ਜੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਦੀ ਵਾਰਤਾ, ਕੋਇ ਨਾ ਕਰਤ ਸ਼ਾਹੋ ਕੇ ਸੰਗ, ਕਹਿੰਦੇ ਕਿਸੇ ਨੇ ਵੀ ਜਾ ਕਰਕੇ ਬਾਦਸ਼ਾਹ ਦੇ ਪਾਸ ਕਹਿਣਾ ਨਹੀਂ ਕੀਤੇ। ਸਿਮਰ ਦਵੈਸ਼ ਕੋ ਦੁਸ਼ਟ ਚਲਾਵੇ, ਦੂਸਰੇ ਪਾਸੇ ਜਿਹੜਾ ਚੰਦੂ ਹੈ ਹਿਰਦੇ ਵਿੱਚ ਬੜੀ ਈਰਖਾ ਹੈ ਮਹਾਰਾਜ ਸਾਹਿਬ ਜੀ ਦੇ ਨਾਲ। ਸਲਹੀ ਸੁਲਭੀ ਚੰਦ ਬਤਾਵੇ, ਇਹ ਕਹਿਣ ਲੱਗਾ ਕਿ ਜਿਹੜਾ ਸੁਲਭੀ ਸੀ ਬਹੁਤ ਵਧੀਆ ਸੀ, ਬੜਾ ਸਿਆਣਾ ਸੀ। ਲੈਣਾ ਦੇਣਾ ਕੇ ਸੰਗ ਨਾ ਕੋਏ, ਕਿ ਮੇਰਾ ਇਹਨਾਂ ਦੇ ਨਾਲ ਕੋਈ ਲੈਣ ਦੇਣ ਦੀ ਖੇਡ ਨਹੀਂ ਹੈ। ਧਨ ਹੰਕਾਰੀ ਜਾਣੇ ਸੋਏ ਨਾ, ਕਹਿੰਦੇ ਬਹੁਤ ਹੰਕਾਰੀ ਹੈ, ਧਨ ਦਾ ਹੰਕਾਰੀ ਹੈ, ਮਹਾਰਾਜ ਜੀ ਦੀ ਵਡਿਆਈ ਨੂੰ ਜਾਣਦਾ ਨਹੀਂ ਪਾਪੀ ਚੰਦੂ। ਇਹ ਤਰ ਤੁਰਕ ਪੁਨ ਗ੍ਰਸੇ ਬਿਕਾਰਾ, ਦੂਸਰੇ ਪਾਸੇ ਜਿੰਨੇ ਵੀ ਤੁਰਕ ਨੇ ਵਕਾਰਾਂ ਦੇ ਵਿੱਚ ਸਾਧ ਸੰਗਤ ਜੀ ਗ੍ਰਸੇ ਹੋਏ ਹਨ। ਕਹਾਂ ਚ ਨਾਰੀ ਗੁਰੂ ਉਧਾਰਾ, ਤੇ ਦੂਸਰੇ ਪਾਸੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਨੂੰ ਜਾਣਦੇ ਨਹੀਂ ਹਨ। ਨੈ ਪ੍ਰਸੰਗ ਚੱਲ ਮਿਲੇ ਪਿਛਾਰੀ, ਤੇ ਕਹਿੰਦਾ ਜਿਹੜੇ ਜਹਾਂਗੀਰ ਬਾਦਸ਼ਾਹ ਹੈ ਇਹ ਵੀ ਪਿੱਛੇ ਮੁੜ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਹੀਂ ਮਿਲਿਆ। ਵਰਜ ਦੀਏ ਚੰਦੂ ਦੁਰਚਾਰੀ, ਖੋਟੇ ਪਾਪੀ ਚੰਦੂ ਨੇ ਜਹਾਂਗੀਰ ਬਾਦਸ਼ਾਹ ਨੂੰ ਰੋਕ ਦਿੱਤਾ ਹੈ। ਗਮਨਤ ਮਿਲਿਓ ਸਕਲ ਕੋ ਜਾਏ, ਜਦੋਂ ਸਾਧ ਸੰਗਤ ਜੀ ਬਾਦਸ਼ਾਹ ਤੁਰਦਾ ਹੈ ਚੰਦੂ ਪਾਪੀ ਸਾਰਿਆਂ ਨੂੰ ਮਿਲਦਾ ਹੈ। ਜੇ ਹਜੂਰ ਗੁਰ ਗਾਥ ਚਲਾਏ, ਕਹਿਣ ਲੱਗਾ ਜਿਹੜੇ ਸੀਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੁਲ ਸਿਪਾਹੀ, ਉਹਨਾਂ ਨੇ ਬੇਨਤੀ ਕੀਤੀ ਮੁੱਦ ਬਲ ਤੇ ਵਰਜ ਹੋ ਤੇ ਰੋਕ, ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਤਾਈ ਕੀ ਕਿਹਾ ਕਿ ਬਲ ਕਰਕੇ ਸ਼ਕਤੀ ਕਰਕੇ ਉਹਨੂੰ ਰੁਕਣਾ ਕਰੋ। ਕਿਆ ਤਿਨ ਗਾਥ ਫਕੀਰ ਜੇ ਲੋਕ, ਕੀ ਕਹਿਣ ਲੱਗਾ ਹੰਕਾਰ ਦੇ ਵਿੱਚ ਕਿ ਉਹ ਫਕੀਰ ਲੋਕ ਹਨ, ਮੇਰੇ ਅੱਗੇ ਕੀ ਹਨ। ਰਹੋਂ ਪਿਛਾਰੇ ਤੁਮ ਪਰਵਾਸੇ, ਕਹਿਣ ਲੱਗਾ ਕਿ ਮੈਂ ਤੁਹਾਡੇ ਤੋਂ ਬਾਅਦ ਬਾਦਸ਼ਾਹ ਨੂੰ ਕਹਿ ਰਿਹਾ ਹੈ ਆਪ ਜੀ ਦੇ ਵਿਸ਼ਵਾਸ ਵਿੱਚ ਰਵਾਂਗਾ। ਕੇਤਕ ਦਿਨ ਮੈਂ ਆਇਬ ਪਾਸੇ, ਕਿੰਨੇ ਕੁ ਦਿਨਾਂ ਦੇ ਅੰਦਰ ਮੈਂ ਆਪ ਜੀ ਦੇ ਪਾਸ ਚੱਲ ਕੇ ਪਹੁੰਚ ਜਾਵਾਂਗਾ। ਕਰੀ ਕਚਹਿਰੀ ਆਪਣੀ ਸਾਰੀ, ਤੇ ਸਾਰੀ ਜਿਹੜੀ ਕਚਹਿਰੀ ਹੈ ਤੁਹਾਡੇ ਪਾਸ ਆਣ ਕੇ ਖੜ ਜਾਵੇਗੀ। ਕਿਸ ਧਨ ਦੇ ਕਿਸ ਮ੍ਰਿਦਲ ਉਚਾਰੀ, ਕਿਸੇ ਨੂੰ ਧਨ ਦੇਵਾਂਗੇ, ਕਿਸੇ ਨੂੰ ਮਿੱਠੀ ਬੋਲੀ ਉਚਾਰਾਂਗੇ। ਜਸ ਜਸ ਹੋਤੇ ਤਥਾ ਹਰ ਖਾਏ, ਜਿਸ ਤਰ੍ਹਾਂ ਦੇ ਅਹਿਲਕਾਰ ਸਨ, ਸਿਪਾਹੀ ਸਨ, ਸਾਧ ਸੰਗਤ ਜੀ ਬੜੇ ਖੁਸ਼ ਹੋਏ ਹਨ ਪਾਪੀ ਦੇ ਬੋਲ ਸੁਣ ਕੇ। ਸ਼ਾਹੋ ਸਮੀਪ ਸਮੂਹ ਸੁਹਾਏ, ਸਾਰੇ ਜਿਹੜੇ ਹਨ ਕਹਿੰਦੇ ਬਾਦਸ਼ਾਹ ਜਹਾਂਗੀਰ ਦੇ ਕੋਲ ਹਨ। ਚੰਦੂ ਹਟਿਓ ਧੀਰ ਉਰ ਧਰ ਕੇ, ਕਹਿੰਦੇ ਜਿਹੜਾ ਚੰਦੂ ਪਾਪੀ ਹੈ ਧੀਰਜ ਨੂੰ ਧਾਰ ਕੇ ਤੇ ਵਾਪਸ ਮੁੜ ਗਿਆ ਹੈ। ਦੁਸ਼ਟ ਪਨੇ ਮੈਂ ਚਿਤ ਕੋ ਧਰ ਤੇ ਕੇ, ਹਿਰਦੇ ਅੰਦਰ ਬਹੁਤ ਖੋੜਤਾਈ ਹੈ, ਦੁਸ਼ਟ ਪੁਣਾ ਹੈ ਪਾਪੀ ਚੰਦੂ ਦੇ ਹਿਰਦੇ ਵਿੱਚ। ਸਭਨ ਚੜਾਏ ਮੂਡ ਤਹਿ ਆਇਓ, ਬਾਦਸ਼ਾਹ ਦੇ ਸਾਰੇ ਟੋਲੇ ਨੂੰ ਤੋਰ ਕਰਕੇ ਮੂਰਖ ਜਿਹੜਾ ਪਾਪੀ ਹੈ ਚੰਦੂ ਮੁੜ ਆਇਆ। ਸਤਿਗੁਰ ਅਰਜਨ ਜਹੇ ਉਤਰਾਇਓ, ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੜਾਅ ਹਨ ਡਿਉੜੀ ਦੇ ਅੰਦਰ। ਬੈਠਿਓ ਸਨਮੁਖ ਰਿਸ਼ਤੇ ਭਰਿਓ, ਗਰੀਬ ਨਵਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੈਠ ਗਿਆ ਹੈ। ਭਾਈ ਸਾਹਿਬ ਕਹਿੰਦੇ ਬਹੁਤ ਹਿਰਦੇ ਅੰਦਰ ਇਹਦੇ ਗੁੱਸਾ ਹੈ, ਈਰਖਾ ਦੀ ਅੱਗ ਹੈ। ਕਹਿਤ ਭਇਓ ਬਚ ਦੁਖ ਤੇ ਜਰਿਓ, ਬਹੁਤ ਕਹਿੰਦੇ ਦੁੱਖ ਦੇ ਨਾਲ ਸੜਿਆ ਹੋਇਆ ਹਿਰਦੇ ਦੇ ਨਾਲ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਮੋਰ ਸੁਤਾ ਕੀ ਮੋਰ ਸਗਾਈ, ਕਹਿਣ ਲੱਗਾ ਜੇ ਕੁਝ ਵਿਗੜਿਆ ਨਹੀਂ ਹੈ, ਮੇਰੀ ਜਿਹੜੀ ਧੀ ਦੀ ਸਗਾਈ ਹੈ ਮੰਗਣੀ ਹੈ। ਕਿਉਂ ਹੂੰ ਨਾ ਮਾਨੀ ਬਿਨੈ ਅਲਾਈ, ਮੈਂ ਬੜੀਆਂ ਬੇਨਤੀਆਂ ਕੀਤੀਆਂ, ਬੜੀਆਂ ਨਿਮਰਤਾ ਦੇ ਸਹਿਤ ਹੋ ਕੇ ਆਪ ਜੀ ਨੇ ਮੇਰੀ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ। ਭੇਜੇ ਦੋਏ ਬਾਰਪੁਰ ਲਾਗੀ, ਮੈਂ 2 ਵਾਰ ਲਾਗੀਆਂ ਨੂੰ ਨਾਈਆਂ ਨੂੰ ਭੇਜਣਾ ਕੀਤਾ। ਆਤ ਚਿੰਤਾ ਚਿਤ ਹਮਰੇ ਲਾਗੀ, ਬੜੀ ਜਿਹੜੀ ਚਿੰਤਾ ਹੈ ਸਾਡੇ ਹਿਰਦੇ ਦੇ ਵਿੱਚ ਪਾਪੀ ਚੰਦੂ ਕਹਿਣ ਲੱਗਾ ਮਹਾਰਾਜ ਜੀ ਨੂੰ ਲੱਗੀ ਹੈ। ਲੈਨ ਸਾਖ ਤੋ ਰਹਿਓ ਕਿਥਾਈ, ਕਹਿਣ ਲੱਗਾ ਕਿ ਅਜੇ ਵੀ ਸਮਾਂ ਹੈ, ਤੁਸੀਂ ਸਾਖ ਨੂੰ ਲੈ ਲੈਣਾ ਕਰੋ। ਦਈ ਮੋਹਿ ਕੂਕਰ ਸਮਤਾਈ, ਕਹਿਣ ਲੱਗਾ ਕਿ ਮੈਨੂੰ ਤੇ ਆਪ ਜੀ ਨੇ ਕੁੱਤੇ ਦੀ ਨਿਆਈ ਸਮਝਿਆ ਹੈ। ਆਵ ਲਓ ਕਛੂ ਨਾ ਬਿਗੜਿਓ ਸੁਪਨੇ, ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਜੀ ਵੀ ਕੁਝ ਵਿਗੜਿਆ ਨਹੀਂ ਹੈ। ਨਾਤਾ ਲਿਹੋ ਜਾਹੋ ਘਰ ਆਪਣੇ, ਆਪ ਜੀ ਮੇਰੀ ਧੀ ਦਾ ਨਾਤਾ ਪ੍ਰਵਾਨ ਕਰੋ ਤੇ ਸੁਖ ਦੇ ਸਹਿਤ ਘਰਾਂ ਨੂੰ ਚਲੇ ਜਾਓ। ਨਤ ਕੂਕਰ ਭਾਖਿਓ ਜਿਮ ਜਬੈ, ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਕਿ ਆਪ ਜੀ ਨੇ ਮੈਨੂੰ ਕੁੱਕਰ ਕੁੱਤਾ ਕਹਿਣਾ ਕੀਤਾ ਜਦੋਂ, ਲਗੋ ਗੈਲ ਕੂਕਰ ਹੋਏ ਅਬੈ, ਫਿਰ ਮੈਂ ਕੁੱਤੇ ਦੇ ਵਾਂਗ ਆਪ ਜੀ ਦੇ ਪਿੱਛੇ ਲੱਗ ਜਾਵਾਂਗਾ, ਛੱਡਾਂਗਾ ਨਹੀਂ। ਦੇਹੋ ਜਵਾਬ ਮੈਂ ਕਰੂੰ ਉਪਾਏ, ਹਾਂ ਨਹੀਂ ਤਾਂ ਮੈਨੂੰ ਜੇ ਜਵਾਬ ਦਿੱਤਾ ਤੇ ਮੈਂ ਕੋਈ ਹੀਲਾ ਕਰਾਂਗਾ ਆਪ ਜੀ ਨੂੰ ਖਤਮ
ਖਤਮ ਕਰਨ ਦਾ। ਸੌਜ ਬਹਾਏ ਸੌਜ ਵਿਆਹ ਕੀ ਤੁਮ ਕਹਿ ਤੁਮ ਕਾਏ। ਜਾਂ ਤੇ ਤੁਸੀਂ ਵਿਆਹ ਦੀਆਂ ਸਮੱਗਰੀਆਂ ਮੰਗਾ ਲਓ, ਜੇ ਵਿਆਹ ਪ੍ਰਵਾਨ ਨਹੀਂ ਕਰੋਗੇ, ਨਾਤਾ ਪ੍ਰਵਾਨ ਨਹੀਂ, ਤੇ ਤੁਹਾਡੀ ਕਾਏ ਮੌਤ ਹੈ। ਨਿਰਭੈ ਬਾਗ ਤੁਬ ਸਤਿਗੁਰ ਭਾਖਾ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਹਿਰਦੇ ਵਿੱਚ ਮੌਤ ਦਾ ਭੈ ਨਹੀਂ, ਭੱਟ ਕਹਿੰਦੇ ਨੇ ਗੁਰੂ ਅਰਜਨ ਪ੍ਰਤੱਖ ਹਰ, ਉਹ ਤੇ ਹਰੀ ਦੇ ਸਰੂਪ ਨੇ। ਤੇ ਸੱਚੇ ਪਾਤਸ਼ਾਹ ਨੇ ਭੈ ਤੋਂ ਰਹਿਤ ਹੋ ਕੇ ਬਚਨ ਕਹੇ ਚੰਦੂ ਪਾਪੀ ਨੂੰ। ਸੁਤਾ ਦੇਨ ਕੀ ਕਿਮ ਅਭਿਲਾਖਾ। ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਆਪਣੀ ਧੀ ਦਾ ਨਾਤਾ ਦੇਣ ਦੀ ਕਿਵੇਂ ਇੱਛਾ ਹੈ। ਤੂੰ ਉੱਚੀ ਕੁਲ ਅਹੈ ਚੁਬਾਰਾ। ਤੂੰ ਤੇ ਕਹਿੰਦਾ ਸੀ ਮੈਂ ਤੇ ਬਹੁਤ ਵੱਡੀ ਕੁਲ ਦਾ ਹਾਂ, ਚੁਬਾਰੇ ਦੀ ਨਿਆਈ ਹੈ। ਹਮ ਕੋ ਮੋਰੀ ਸਰਸ ਉਚਾਰਾ। ਤੇ ਸਾਨੂੰ ਤੇ ਮੋਰੀ ਦੇ ਵਾਂਗ ਤੂੰ ਛੋਟਾ ਜਿਹਾ ਉਚਾਰਨ ਕੀਤਾ। ਮੋਰੀ ਮੇਲ ਸੋ ਮੋਰੀ ਧਾਰਾ। ਸੱਚੇ ਪਾਤਸ਼ਾਹ ਕਹਿੰਦੇ ਭਾਈ ਅਸੀਂ ਬੜੇ ਗਰੀਬ ਹਾਂ, ਬੜੇ ਦੀਨ ਹਾਂ, ਅਸੀਂ ਵੱਡਿਆਂ ਦੇ ਨਾਲ ਮਿਲਾਪ ਨਹੀਂ ਕਰ ਸਕਦੇ। ਮਿਲਹਿ ਚੁਬਾਰੇ ਸੰਗ ਚੁਬਾਰਾ। ਤੂੰ ਆਪਣੇ ਵਾਂਗ ਕੋਈ ਵੱਡਾ ਪਰਿਵਾਰ ਵੇਖਣਾ ਕਰ, ਅਮੀਰ ਪਰਿਵਾਰ ਵੇਖਣਾ ਕਰ। ਤਬ ਭੀ ਕਹਿਓ ਅਭੇ ਭੀ ਕਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਦੋਂ ਵੀ ਕਿਹਾ ਸੀ ਤੇ ਹੁਣ ਵੀ ਕਹਿਣਾ ਹਾਂ। ਸਮ ਸੋ ਮਿਲਣ ਭਲੋ ਸਭ ਲਹੈ। ਗਰੀਬ ਨਵਾਜ਼ ਕਹਿੰਦੇ ਭਾਈ ਨਾਤੇ ਉਹ ਪ੍ਰਵਾਨ ਹੁੰਦੇ ਨੇ ਜੇ ਦੋਨੋਂ ਪਰਿਵਾਰ ਇੱਕੋ ਜਿਹੇ ਹੋਣ। ਮੰਤਰ ਬਹੁਤ ਹਮਾਰ ਤੁਮਾਰਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਤੁਹਾਡਾ ਤੇ ਸਾਡਾ ਬਹੁਤ ਵੱਡਾ ਚੰਦੂ ਅੰਤਰ ਹੈ, ਫਰਕ ਹੈ। ਕਿਤ ਮੋਰੀ ਕਿਤ ਹੇਤ ਚੁਬਾਰਾ। ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤੇ ਮੋਰੀ ਦੀ ਨਿਆਈ ਬਹੁਤ ਛੋਟੇ ਹਾਂ, ਤੂੰ ਚੁਬਾਰੇ ਦੀ ਨਿਆਈ ਬਹੁਤ ਵੱਡਾ ਹੈ। ਕਹਿਓ ਨਾ ਕੂਕਰ ਜੇ ਤੈਂ ਲਹਿਓ। ਸੱਚੇ ਪਾਤਸ਼ਾਹ ਕਹਿੰਦੇ ਦੂਜੀ ਗੱਲ ਇਹ, ਅਸੀਂ ਤੈਨੂੰ ਕੁੱਕਰ ਕੁੱਤਾ ਨਹੀਂ ਕਿਹਾ। ਜੇ ਨਾ ਕਹਿ ਤੋ ਤਉ ਪੀ ਅਬ ਕਹਿਓ। ਸੱਚੇ ਪਾਤਸ਼ਾਹ ਕਹਿੰਦੇ ਅਸੀਂ ਕਿਹਾ ਨਹੀਂ, ਜੇ ਤੂੰ ਕਹਿਣਾ ਹੈ ਕਿਹਾ ਹੈ ਤੇ ਸਮਝ ਲਾ ਕਿ ਅਸੀਂ ਤੈਨੂੰ ਕਹਿ ਦਿੱਤਾ ਹੈ। ਸਿੱਖ ਨੇ ਕਹਿਓ ਹਮੋ ਕਹਿ ਤਦਾ। ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖਾਂ ਦੇ ਹੋਏ ਕਹੇ ਹੋਏ ਬੋਲ ਅਸੀਂ ਕਦੀ ਮੋੜ ਨਹੀਂ ਸਕਦੇ। ਸਿੱਖ ਹਮ ਏਕ ਰੂਪ ਹੈ ਸਦਾ। ਸੱਚੇ ਪਾਤਸ਼ਾਹ ਦੇਖੋ ਸਾਧ ਸੰਗਤ ਜੀ ਸਿੱਖਾਂ ਨਾਲ ਕਿੰਨਾ ਪ੍ਰੇਮ ਕਰਦੇ ਨੇ। ਮਹਾਰਾਜ ਕਹਿੰਦੇ ਸਿੱਖ ਤੇ ਅਸੀਂ ਹਮੇਸ਼ਾ ਇੱਕ ਰੂਪ ਹਾਂ। ਸੋਨ ਮਨ ਜਰਿਓ ਜਰਿਓ ਨਹਿ ਬੈਨ। ਸੱਚੇ ਪਾਤਸ਼ਾਹ ਦੇ ਬੋਲ ਸੁਣ ਕੇ ਚੰਦੂ ਪਾਪੀ ਕਹਿੰਦੇ ਸਹਾਰ ਨਹੀਂ ਸੋਇਆ, ਹਿਰਦੇ ਦੇ ਅੰਦਰ ਸਾਧ ਸੰਗਤ ਜੀ ਸੜ ਗਿਆ ਹੈ। ਕਰੂਰ ਪਸਾਰੇ ਲਾਲ ਜੇ ਨੈਣ। ਬਹੁਤ ਗੁੱਸੇ ਦੇ ਵਿੱਚ ਹੈ, ਆਪਣੇ ਨੇਤਰ ਲਾਲ ਕਰ ਲਏ ਪਾਪੀ ਚੰਦੂ ਨੇ। ਨਿਕਟ ਬੁਲਾਏ ਆਪਨ ਸਿਪਾਹੀ। ਆਪਣੇ ਜਿਹੜੇ ਸਿਪਾਹੀ ਸੀ ਕੋਲ ਸੱਦੇ ਹਨ। ਜਲ ਭੋਜਨ ਪਹੁੰਚਨ ਦੇਹੋ ਨਾਹੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੂੰ ਸਜ਼ਾ ਦੇਣੀ ਸ਼ੁਰੂ ਕਰਦਾ ਹੈ। ਸਭ ਤੋਂ ਪਹਿਲਾਂ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਕਿ ਇਹਨਾਂ ਦੇ ਪਾਸ ਕੋਈ ਪਾਣੀ ਨਾ ਆਵੇ, ਇਹਨਾਂ ਦੇ ਪਾਸ ਕੋਈ ਭੋਜਨ ਨਾ ਆਵੇ। ਜਬ ਲਾਗੇਗੀ ਤ੍ਰਿਖਾ ਮਹਾਨੀ। ਜਦੋਂ ਇਹਨਾਂ ਨੂੰ ਬਹੁਤ ਪਿਆਸ ਲੱਗੇਗੀ। ਦੇ ਗਿਨ ਲੱਖ ਦੇਹੋ ਤਬ ਪਾਨੀ। ਜਦੋਂ 1 ਲੱਖ ਰੁਪਈਆ ਗਿਣ ਕੇ ਦੇ ਦਵੇਗਾ ਤੇ ਇਹਨਾਂ ਨੂੰ ਪਾਣੀ ਦੇ ਦਿਓ। ਵਿਆਕਲ ਹੋਏ ਸ਼ੁੱਧਤ ਬਹੁ ਜਬੈ। ਜਦੋਂ ਬਹੁਤ ਵਿਆਕਲ ਹੋ ਕੇ ਦੁਖੀ ਹੋ ਕੇ ਭੁੱਖੇ ਹੋਣਗੇ। ਲੇਹੋ ਲੱਖ ਦੇਹੋ ਭੋਜਨ ਤਬੈ। 1 ਲੱਖ ਰੁਪਈਆ ਫਿਰ ਲੈ ਕੇ ਇਹਨਾਂ ਨੂੰ ਭੋਜਨ ਦਿਓ। ਨਿੰਦਰਾ ਤੇ ਜਬ ਸੁਪਤਨ ਚਾਹੈ। ਜਦੋਂ ਕਹਿੰਦੇ ਇਹਨਾਂ ਨੂੰ ਨੀਂਦ ਆਵੇ ਤੇ ਸੋਣਾ ਚਾਹਣ। ਦੇਹ ਲੱਖ ਤਉ ਸੇਵਨ ਸੋਵਨ ਲਹੈ। ਜਦੋਂ 1 ਲੱਖ ਰੁਪਈਆ ਦੇ ਦੇਣ ਤੇ ਇਹਨਾਂ ਨੂੰ 100 ਲੈਣ ਦਿਓ। ਇਸ ਕੇ ਮਨ ਮਹਿ ਅਤ ਹੰਕਾਰ। ਪਾਪੀ ਚੰਦੂ ਕੀ ਕਹਿ ਰਿਹਾ ਹੈ ਕਿ ਇਹਨਾਂ ਦੇ ਹਿਰਦੇ ਵਿੱਚ ਬਹੁਤ ਹੰਕਾਰ ਹੈ। ਨਿਮਹਿ ਨਹੀਂ ਅਬ ਕਰੋ ਸੰਘਾਰ। ਕਹਿਣ ਲੱਗਾ ਕਿ ਨਿਵਦੇ ਨਹੀਂ ਹਨ, ਮੇਰੇ ਬੋਲ ਨਹੀਂ ਮੰਨਦੇ, ਮੈਂ ਇਹਨਾਂ ਨੂੰ ਹੁਣ ਖਤਮ ਕਰਾਂਗਾ। ਏਕ ਬਾਤ ਕੋ ਨਿਸ਼ਚੈ ਮਾਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਇੱਕ ਗੱਲ ਮੇਰੀ ਪੱਕੀ ਮੰਨ ਲੈਣਾ ਕਰੋ। ਕਹਿ ਲਿਓ ਨਾਤਾ ਕਹਿ ਦੇਹੋ ਪ੍ਰਾਨ। ਜਾਂ ਤੇ ਮੇਰੀ ਧੀ ਦਾ ਨਾਤਾ ਪ੍ਰਵਾਨ ਕਰ ਲੋ ਜਾਂ ਫਿਰ ਆਪਣੀ ਸ਼ਹਾਦਤ ਦੇ ਦਿਓ। ਸੁਨ ਸਤਿਗੁਰ ਤਬ ਬਾਕੇ ਲਾਵੈ। ਚੰਦੂ ਪਾਪੀ ਦੇ ਬੋਲ ਸੁਣ ਕੇ ਮਹਾਰਾਜ ਜੀ ਨੇ ਬਚਨ ਕੀਤੇ। ਅਬ ਤੋ ਸੁਪਤ ਨਾ ਪੀ ਨਾ ਖਾਵੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਭਾਈ ਨਾ ਅਸੀਂ ਸੋਵਾਂਗੇ ਨਾ ਅਸੀਂ ਤੁਹਾਡੇ ਘਰ ਦਾ ਅਸੀਂ ਭੋਜਨ ਛਕਾਂਗੇ। ਬੈਠੇ ਰਹੇ ਇੱਕ ਹੀ ਥਾਨ। ਗਰੀਬ ਨਵਾਜ਼ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਕ ਜਗ੍ਹਾ ਤੇ ਬੈਠੇ ਹਨ। ਕਰਿਓ ਜਥਾ ਕਰ ਬੇ ਮਨ ਜਾਨ। ਗਰੀਬ ਨਵਾਜ਼ ਕਹਿੰਦੇ ਪਾਪੀ ਚੰਦੂ ਜਿਵੇਂ ਤੇਰੇ ਮਨ ਅੰਦਰ ਆਉਂਦੀ ਹੈ ਉਸੇ ਤਰ੍ਹਾਂ ਕਰ। ਅਪਰ ਕਠੋਰ ਕੋ ਦੁਸ਼ਟ ਬਖਾਨਾ। ਕਹਿੰਦੇ ਦੁਸ਼ਟ ਨੇ ਪਾਪੀ ਕਠੋਰ ਬਚਨ ਕਹੇ ਹਨ ਪਾਪੀ ਚੰਦੂ ਨੇ। ਕਰਹਿ ਸਿਪਾਹੀ ਗਨ ਸਾਵਧਾਨਾ। ਸਾਰੇ ਜਿਹੜੇ ਸਿਪਾਹੀ ਨੇ ਆਪਣੇ ਉਹਨਾਂ ਨੂੰ ਤਿਆਰ ਬਰ ਤਿਆਰ ਕੀਤਾ ਹੈ, ਸਾਵਧਾਨ ਕੀਤਾ ਹੈ। ਹਰੇ ਰਹੋ ਰਾਖੋ ਤਕਰਾਈ। ਕਹਿਣ ਲੱਗਾ ਸਿਪਾਹੀਆਂ ਨੂੰ ਤੁਸੀਂ ਸੌਣਾ ਨਹੀਂ ਹੈ,
ਨਾ ਇਹਨਾਂ ਨੂੰ ਸੌਣ ਦੇਣਾ ਹੈ ਤੇ ਤਕੜਾ ਪਹਿਰਾ ਦੇਣਾ ਹੈ। ਨਾਹੀਂ ਤਾਂ ਖਾਏ ਪੀ ਸੁਪਤਾਈ, ਤੇ ਨਾ ਹੀ ਇਹਨਾਂ ਨੂੰ ਕੁਝ ਛਕਣ ਵਾਸਤੇ ਦੇਣਾ ਹੈ। ਪਾਂਚੋ ਸਿੱਖਨ ਪੌਰ ਮਝਾਰ, ਦੂਸਰੇ ਪਾਸੇ ਸਾਧ ਸੰਗਤ ਜੀ ਜਿਹੜੇ 5 ਸਿੱਖਾਂ ਨੂੰ ਡਿਉੜੀ ਦੇ ਅੰਦਰ ਹਨ, ਕਰੋ ਕੈਦ ਕਰੋ ਅਸਰਨ ਕੋ ਡਾਰ। ਸਿਪਾਹੀਆਂ ਨੂੰ ਕਹਿਣ ਲੱਗਾ ਕਿ ਜਿਹੜੇ 5 ਸਿੱਖ ਨੇ ਇਹਨਾਂ ਨੂੰ ਵੀ ਕੈਦੀ ਬਣਾਉਣਾ ਕਰੋ, ਭਾਵ ਇਹਨਾਂ ਨੂੰ ਵੀ ਬੇੜੀਆਂ ਪਾ ਦੇਣਾ ਕਰੋ। ਇਸ ਕੇ ਪਾਸ ਨ ਆਵਨ ਦੂਜੋ, 5 ਹੀ ਸਿੱਖਾਂ ਨੂੰ ਇਹਨਾਂ ਦੇ ਕੋਲ ਨਾ ਆਉਣ ਦਿਓ। ਬਾਤ ਬਖਾਨੇ ਕੋਈ ਨਾ ਬੀਜੋ, ਤੇ ਆਪਸ ਵਿੱਚ ਇਹਨਾਂ ਨੂੰ ਕੋਈ ਬਚਨ ਬਲਾਸ ਵੀ ਨਾ ਕਰਨ ਦਿਓ। ਰਖੋ ਇਕਾਕੀ ਇਹਾਂ ਬਿਠਾਏ, ਇਹਨਾਂ ਨੂੰ ਇੱਥੇ ਹੀ ਇਕਾਂਤ ਵਿੱਚ ਬਿਠਾ ਕਰਕੇ ਰੱਖਣਾ ਕਰੋ। ਖਰੋ ਰਹਿ ਇੱਕ ਨਰ ਇਸ ਥਾਏ, ਆਪਣੇ ਸਿਪਾਹੀਆਂ ਨੂੰ ਪਾਪੀ ਚੰਦੂ ਕਹਿਣ ਲੱਗਾ ਕਿ ਇੱਕ ਸਿਪਾਹੀ ਜਿਹੜਾ ਹੈ ਇਹਨਾਂ ਦੇ ਕੋਲ ਖੜਾ ਰਹੇ। ਉਠਨੇ ਦੇਹੋ ਨਾ ਪੌੜਨ ਦੇਹੋ, ਨਾ ਇਹਨਾਂ ਨੂੰ ਉੱਠਣ ਦਿਓ ਤੇ ਨਾ ਹੀ ਇਹਨਾਂ ਨੂੰ ਸੌਣ ਦਿਓ। ਬੋਲਣ ਦੇਹੋ ਨਾ ਦੇਖੋ ਇਹੋ, ਤੇ ਨਾ ਹੀ ਇਹਨਾਂ ਨੂੰ ਬੋਲਣ ਦਿਓ, ਫਿਰ ਮੈਂ ਵੇਖਾਂਗਾ ਇਹਨਾਂ ਨੂੰ। ਏਮ ਕਹਿ ਸਾਧਨ ਬਰਿਓ ਨਿਜ ਜਾਏ, ਇਸ ਤਰ੍ਹਾਂ ਕਹਿ ਕੇ ਚੰਦੂ ਪਾਪੀ ਆਪਣੇ ਘਰਾਂ ਦੇ ਵਿੱਚ ਮਹੱਲ ਵਿੱਚ ਚਲਾ ਗਿਆ। ਮਹਾ ਦੁਸ਼ਟ ਬੜ ਖੋਟ ਉਪਾਏ, ਬਹੁਤ ਵੱਡਾ ਕਹਿੰਦੇ ਦੁਸ਼ਟ ਹੈ ਜਿਹਦੇ ਹਿਰਦੇ ਅੰਦਰ ਬਹੁਤ ਵੱਡੀ ਖੋਟਤਾਈ ਹੈ। ਸੋ ਦਿਨ ਬੀਤ ਗਇਓ ਨਿਸ ਬੀਤੇ, ਜਦੋਂ ਸਾਧ ਸੰਗਤ ਜੀ ਦਿਨ ਵੀ ਬਤੀਤ ਹੋ ਗਿਆ ਤੇ ਰਾਤ ਵੀ ਬਤੀਤ ਹੋ ਗਈ। ਖਾਨ ਪਾਨ ਬਿਨ ਸਤਿਗੁਰ ਰੀਤੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜਲ ਪਾਣੀ ਪ੍ਰਸ਼ਾਦਾ ਪਾਣੀ ਨਹੀਂ ਛਕਿਆ। ਸਿੱਖਨ ਮੈਂ ਰੌਰਾ ਪਰ ਗਇਓ, 5 ਸਿੱਖਾਂ ਅੰਦਰ ਸਾਧ ਸੰਗਤ ਜੀ ਵਿਚਾਰ ਚੱਲ ਪਈ। ਗੁਰ ਕਿਤ ਗਏ ਨਾ ਸੁਧ ਕੋ ਪਾਇਓ, ਲਾਹੌਰ ਦੀ ਧਰਤੀ ਤੇ ਰਹਿਣ ਵਾਲੇ ਸਿੱਖਾਂ ਦੇ ਵਿਚਾਰ ਚੱਲੀ ਕਿ ਮਹਾਰਾਜ ਕਿੱਧਰ ਚਲੇ ਗਏ ਨੇ, ਪਤਾ ਨਹੀਂ ਲੱਗਿਆ। ਇਹ ਤੋ ਤ ਨਗਰ ਵਿਖੈ ਫਿਰ ਹੇਰਾਏ, ਇੱਧਰ ਉੱਧਰ ਸਾਧ ਸੰਗਤ ਜੀ ਨਗਰ ਲਾਹੌਰ ਦੇ ਵਿੱਚ ਫਿਰ ਕੇ ਸਿੱਖਾਂ ਨੇ ਵੇਖਿਆ ਹੈ। ਵਿਖੈ ਧਰਮ ਸਾਲ ਲਾਦ ਕਨੇਰੈ, ਜਿਹੜੀਆਂ ਧਰਮਸ਼ਾਲਾ ਨੇ ਬਹੁਤ ਵੱਡੀਆਂ, ਉਹਨਾਂ ਦੇ ਵਿੱਚ ਗੁਰੂ ਕੇ ਸਿੱਖਾਂ ਨੇ ਮਹਾਰਾਜ ਜੀ ਨੂੰ ਵੇਖਿਆ। ਸਿੱਖਨ ਕੇ ਕਰ ਸਿੱਖ ਫਿਰੰਤੇ, ਸਿੱਖਾਂ ਦੇ ਘਰ ਅੰਦਰ ਗੁਰੂ ਕੇ ਸਿੱਖ ਜਿਹੜੇ ਹਨ ਜਾ ਰਹੇ ਹਨ। ਕਿਤ ਸਤਿਗੁਰ ਉਤਰੇ ਗੁਣਵੰਤੇ, ਗੁਣਾਂ ਦੇ ਖਾਨ ਗੁਣਾਂ ਦੇ ਖਜ਼ਾਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿੱਥੇ ਪੜਾ ਕੀਤੇ ਹਨ, ਡੇਰੇ ਲਾਏ ਹਨ। ਗਏ ਸ਼ਾਹੋ ਢਿਗ ਬਹੁਰ ਨਾ ਆਏ, ਸਿੱਖ ਆਪਸ ਵਿੱਚ ਗੱਲਾਂ ਕਰਦੇ ਨੇ ਲਾਹੌਰ ਦੀ ਧਰਤੀ ਦੇ ਰਹਿਣ ਵਾਲੇ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਹਾਂਗੀਰ ਨੂੰ ਮਿਲਣ ਵਾਸਤੇ ਗਏ ਸਨ, ਪਰ ਵਾਪਸ ਨਹੀਂ ਆਏ। ਕਿਦੋਂ ਸੁਦਾਸਰ ਕੋ ਗਮਨਾਏ, ਤੇ ਇਸ ਤਰ੍ਹਾਂ ਵਿਚਾਰਦੇ ਨੇ ਜਾਂ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਚਲੇ ਗਏ ਹਨ। ਫਿਰਤ ਫਿਰਤ ਸਰਕਾਰੀ ਲੋਕ, ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਕੇ ਸਿੱਖ ਲਾਹੌਰ ਦੀਆਂ ਗਲੀਆਂ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਵਿਚਰ ਰਹੇ ਹਨ। ਇੰਨੇ ਸਮੇਂ ਜਿਹੜੇ ਸਰਕਾਰ ਦੇ ਨੁਮਾਇੰਦੇ ਹਨ, ਸਿਪਾਹੀ ਹਨ, ਭੋਜਨ ਕੀਨੇ ਸ਼ੋ ਅਵਲੋਕ, ਤੇ ਸ਼ੋਕਾਂ ਤੋਂ ਰਹਿਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਪੁੱਛਣਾ ਕੀਤਾ। ਜਿਨ ਤੇ ਸੁਧਗਨ ਸਿੱਖਨ ਪਾਏ, ਕਹਿੰਦੇ ਉਹਨਾਂ ਸਿਪਾਹੀਆਂ ਦੇ ਪਾਸੋਂ ਬੇਅੰਤ ਗੁਰੂ ਕੇ ਸਿੱਖਾਂ ਨੇ ਖਬਰ ਪਾਈ ਹੈ। ਚੰਦੂ ਕੇ ਨਰ ਸੰਗ ਸਿਧਾਏ, ਕਿ ਚੰਦੂ ਦੇ ਨਾਲ 5 ਸਿੱਖ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗਏ ਹਨ। ਤਿਸ ਕੇ ਸਦਨ ਪਰਵੇਸ਼ਤ ਹੇਰੇ, ਤੇ ਉਹਨਾਂ ਸਿਪਾਹੀਆਂ ਨੇ ਕਿਹਾ ਕਿ ਅਸੀਂ ਮਹਾਰਾਜ ਜੀ ਨੂੰ ਚੰਦੂ ਦੇ ਘਰ ਵਿੱਚ ਜਾਂਦਿਆਂ ਹੋਇਆਂ ਵੇਖਿਆ। ਤਿਮਰ ਭਏ ਪਹੁੰਚੇ ਤਿਸ ਬੇਰੇ, ਜਦੋਂ ਚੰਦੂ ਦੇ ਘਰ ਵਿੱਚ ਆਏ ਸੀ ਉਦੋਂ ਹਨੇਰਾ ਹੋ ਚੁੱਕਿਆ ਸੀ। ਪ੍ਰੇਮੀ ਸਿੱਖ ਤਹਾਂ ਕੋ ਗਏ, ਜਦੋਂ ਸਾਧ ਸੰਗਤ ਜੀ ਭਾਵਨਾ ਵਾਲੇ ਪ੍ਰੇਮ ਵਾਲੇ ਸਿੱਖ ਉੱਥੇ ਪਹੁੰਚੇ ਹਨ। ਦੀਏ ਕੇ ਵਾਰ ਬਿਲੋਕਤ ਭਏ, ਕਹਿੰਦੇ ਕੀ ਵੇਖਦੇ ਨੇ ਕਿ ਜਿਹੜੇ ਦਰਵਾਜ਼ੇ ਹਨ ਉਸ ਘਰ ਦੇ ਬੰਦ ਹਨ। ਅੰਤਰ ਸਿੱਖ ਪਟਤ ਇੱਕ ਪਠਤ ਇੱਕ ਬਾਣੀ, ਤੇ ਜੋੜੇ ਦੇ ਵਿੱਚ ਸਾਧ ਸੰਗਤ ਜੀ ਇੱਕ ਜਿਹੜਾ ਸਿੱਖ ਹੈ ਉੱਚੀ ਉੱਚੀ ਬਾਣੀ ਪੜ ਰਿਹਾ ਹੈ। ਗੁਰ ਇਹ ਠਾਂ ਹੈ ਤਬ ਸੁਧ ਜਾਨੀ, ਗੁਰੂ ਕੇ ਸਿੱਖਾਂ ਨੇ ਸਮਝ ਲਿਆ ਕਿ ਇਥੋਂ ਬਾਣੀ ਦੀ ਆਵਾਜ਼ ਆ ਰਹੀ ਹੈ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਵੀ ਇੱਥੇ ਹਨ। ਝਿਰਕਨ ਕਰੇ ਸਿਪਾਹੀ ਤੌਣ, ਤਦੋਂ ਫਿਰ ਉਹਨਾਂ ਗੁਰੂ ਕੇ ਸਿੱਖਾਂ ਨੂੰ ਜਿਹੜੇ ਬਾਣੀ ਪੜ ਰਹੇ ਸੀ ਸਿਪਾਹੀਆਂ ਨੇ ਰੋਕਣਾ ਕੀਤਾ। ਕਿਆ ਤੂੰ ਬਕੇ ਬੈਠ ਧਰਮੌਨ, ਸਾਧ ਸੰਗਤ ਜੀ ਪਾਪੀ ਨੇ ਸਿਪਾਹੀ ਕਹਿਣ ਲੱਗੇ ਸਿੱਖ ਨੂੰ ਤੂੰ ਚੁੱਪ ਕਰ ਜਾ, ਕੀ ਤੂੰ ਬੋਲ ਰਿਹਾ ਹੈ। ਵੈਰ ਖਰੇ ਪਿਖ ਦੀਏ ਹਟਾਈ, ਜਿਹੜੇ ਸਿੱਖ ਕਹਿੰਦੇ ਘਰ ਦੇ ਦਰਵਾਜ਼ੇ ਮੂਹਰੇ ਖਲੋਤੇ ਸਨ ਉਹਨਾਂ ਨੂੰ ਰੋਕ ਦਿੱਤਾ ਹੈ ਸਿਪਾਹੀਆਂ ਨੇ। ਖਰੇ ਹੋਏ ਜਾਓ ਨਿਜ ਥਾਈ, ਕਹਿਣ ਲੱਗੇ ਇੱਥੇ ਖੜੇ ਨਾ ਹੋ, ਆਪਣੇ ਘਰਾਂ ਨੂੰ ਚਲੇ ਜਾਓ। ਡਰੇ ਦੁਸ਼ਟ ਤੇ ਟਰ ਕਰ ਗਏ, ਕਹਿੰਦੇ ਇਸ ਤਰ੍ਹਾਂ
ਪਾਪੀ ਚੰਦੂ ਤੋਂ ਡਰਦੇ ਹਨ ਸਿਪਾਹੀ, ਤੇ ਉਹਨਾਂ ਨੇ ਤੋੜ ਦਿੱਤੇ ਹਨ ਸਿੱਖਾਂ ਨੂੰ। ਸੁਧ ਆਪਸ ਮੈਂ ਕਰਤੇ ਭਏ, ਜਦੋਂ ਸਾਧ ਸੰਗਤ ਜੀ ਗੁਰੂ ਕੇ ਸਿੱਖਾਂ ਨੇ ਆਪਸ ਅੰਦਰ ਸਾਰਿਆਂ ਨੂੰ ਖਬਰ ਦਿੱਤੀ ਹੈ ਸਿੱਖ ਸੰਗਤਾਂ ਨੂੰ। ਬਹੁਤ ਬੇਸੂਰਤ ਚਲਹਿ ਨਾ ਚਾਰਾ, ਗੁਰੂ ਕੇ ਸਿੱਖ ਬਹੁਤ ਵੈਰਾਗ ਦੇ ਵਿੱਚ ਹਨ, ਪਰ ਕਹਿੰਦੇ ਕੋਈ ਹੀਲਾ ਨਹੀਂ ਹੋ ਰਿਹਾ। ਭੈ ਤੇ ਕਰਹਿ ਨਾ ਊਚ ਉਚਾਰਾ, ਬਹੁਤ ਭੈ ਕਰਕੇ ਉੱਚਾ ਨਹੀਂ ਬੋਲਦੇ ਹਨ। ਉਨ ਚੰਦੂ ਗਮਨਿਓ ਗੁਰ ਤੀਰ, ਇੰਨੇ ਸਮੇਂ ਨੂੰ ਸਾਧ ਸੰਗਤ ਜੀ ਚੰਦੂ ਜਿਹੜਾ ਪਾਪੀ ਹੈ ਫਿਰ ਮਹਾਰਾਜ ਜੀ ਦੇ ਪਾਸ ਆ ਗਿਆ। ਨਿਠੁਰ ਸੁਨਾਏ ਕਰਿਓ ਚਹਿ ਭੀਰ, ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਕਠੋਰ ਬੋਲ ਸੁਣਾਏ, ਮਹਾਰਾਜ ਜੀ ਨੂੰ ਡਰਾਉਣਾ ਚਾਹੁੰਦਾ ਹੈ। ਅਬ ਵੀ ਮਾਨ ਸੁਤਾ ਕੋ ਨਾਤਾ, ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਅਜੇ ਵੀ ਮੰਨ ਜਾਓ, ਮੇਰੀ ਧੀ ਦੇ ਨਾਤੇ ਨੂੰ ਪ੍ਰਵਾਨ ਕਰੋ, ਨਾਹੀਂ ਤਾਂ ਪ੍ਰਾਨ ਹੋਏਗੇ ਘਾਤਾ, ਨਹੀਂ ਤੇ ਤੁਹਾਡੇ ਜਿਹੜੇ ਪ੍ਰਾਨ ਹਨ ਖਤਮ ਹੋ ਜਾਣਗੇ, ਆਪ ਜੀ ਨੂੰ ਮੈਂ ਖਤਮ ਕਰ ਦੇਵਾਂਗਾ। ਜੀਵਤ ਨਹਿ ਤਿਆਗੋ ਅਬ ਤੋਹੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਮੈਂ ਆਪ ਜੀ ਨੂੰ ਜਿਉਂਦਾ ਨਹੀਂ ਛੱਡਾਂਗਾ। ਬਹੁ ਦਿਨ ਕੀ ਚਿੰਤਾ ਲਗ ਮੋਹੀ, ਬਹੁਤ ਲੰਮੇ ਦਿਨਾਂ ਤੋਂ ਮੇਰੇ ਹਿਰਦੇ ਅੰਦਰ ਇੱਕ ਚਿੰਤਾ ਸੀ, ਫਿਕਰ ਸੀ। ਦਿਓ ਕਸ਼ਟ ਪਤ ਸਭ ਮੈਂ ਖੋਈ, ਬਹੁਤ ਮੈਨੂੰ ਆਪ ਜੀ ਨੇ ਦੁੱਖ ਦਿੱਤਾ ਹੈ। ਅਬ ਲੋ ਤਰਾਸ ਭਇਓ ਨਹਿ ਕੋਈ, ਹੁਣ ਮੈਨੂੰ ਕਿਸੇ ਦਾ ਕੋਈ ਭੈ ਨਹੀਂ ਹੈ, ਡਰ ਨਹੀਂ ਹੈ। ਆਨਹੁ ਅਗਨ ਤੋ ਪਾਵੋ ਨੀਰ, ਗਰੀਬ ਨਿਵਾਸ ਸੱਚੇ ਪਾਤਸ਼ਾਹ ਤੇ ਪਹਿਲਾ ਫਤਵਾ ਲੱਗਾ, ਆਪਣੇ ਸਿਪਾਹੀਆਂ ਨੂੰ ਕਹਿੰਦਾ ਕਿ ਦੇਗੇ ਅੰਦਰ ਪਾਣੀ ਲਿਆਓ ਤੇ ਉਹਨੂੰ ਗਰਮ ਕਰਨਾ ਕਰੋ, ਬੀਤ ਬਿਠਾਵੋ ਤਪਹਿ ਸਰੀਰ, ਤੇ ਇਹਨਾਂ ਨੂੰ ਉਬਲਦੇ ਹੋਏ ਪਾਣੀ ਵਿੱਚ ਬਿਠਾਉਣਾ ਕਰਿਓ, ਇਹਨਾਂ ਦਾ ਸਰੀਰ ਜਿਹੜਾ ਹੈ ਬੜਾ ਦੁਖੀ ਹੋਵੇਗਾ। ਮੈਂ ਜਿਮ ਤਪਤਿਓ ਦਿਨ ਅਰ ਰਾਤੀ, ਚੰਦੂ ਪਾਪੀ ਕਹਿਣ ਲੱਗਾ ਜਿਵੇਂ ਮੈਂ ਰਾਤ ਦਿਨ ਤਪਦਾ ਹਾਂ। ਮਹਾ ਕਸ਼ਟ ਤੇ ਸੁਲਗਤ ਛਾਤੀ, ਬਹੁਤ ਵੱਡੇ ਦੁੱਖ ਕਰਕੇ ਮੇਰੀ ਜਿਹੜੀ ਛਾਤੀ ਹੈ ਸੜ ਰਹੀ ਹੈ। ਹੁਣ ਕਿਵੇਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਉਬਲਦੇ ਪਾਣੀ ਵਿੱਚ ਬਿਠਾਇਆ ਜਾਵੇਗਾ। ਫਿਰ ਪਾਪੀ ਚੰਦੂ ਆਪਣੇ ਸਿਪਾਹੀਆਂ ਨੂੰ ਕਹੇਗਾ ਕਿ ਤੁਸੀਂ ਜਿਹੜੀ ਅੱਗ ਹੈ ਹੋਰ ਬਾਲੋ, ਇੱਥੇ ਬਸ ਨਹੀਂ। ਫਿਰ ਹੁਕਮ ਕਰੇਗਾ ਆਪਣੇ ਸਿਪਾਹੀਆਂ ਨੂੰ ਰੇਤਾ ਗਰਮ ਕਰੋ, ਇਹਨਾਂ ਦੇ ਸੀਸ ਅੰਦਰ ਸਰੀਰ ਤੇ ਪਾਓ। ਇਹ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨਾਂ ਅੰਦਰ ਸੁਣਾਂਗੇ। ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਹਾਂ ਤੋਂ ਸਮੱਤ ਬਖਸ਼ਣੀ ਜੀ। ਸਾਡੇ ਅੰਦਰ ਬਹੁਤ ਹੀ ਸਤਿਕਾਰਯੋਗ ਰਾਗੀ ਭਾਈ ਬਲਿਹਾਰ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਨੇ। ਉਹਨਾਂ ਨੇ ਆਪ ਸੰਗਤਾਂ ਨੂੰ ਕੀਰਤਨ ਸੁਣਾਉਣਾ ਹੈ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।